वाहेगुरु जी की फतेह। सच्चे पातशाह गरीब नवाज सतगुरु जागदी जोत 10 पातशाहियों दे आत्मक स्वरूप किरपा दे सागर धन साहिब श्री गुरु ग्रंथ साहिब जी महाराज हजूर दी परम दया सदका जीवन दे अमोलक सवासां नूं आप सतसंगत विच बैठ करके सफलियां कर रहे हो। चौजी पातशाह जी दे ज्योति जोत समाउण अस्थान तखत सचखंड श्री हजूर श्री अबचल नगर साहिब विखे आप दर्शन दीदार कर रहे हो। सच्चे पातशाह जी महाराज दे पवित्र तख्त अस्थान दी चरण धूड़ नूं आप परस रहे हो। सतगुरु जी दे पवित्र दरबार अंदर तुरकी बाणी दी लड़ीवार कथा दा समा है। प्यार शरदा नाल सतगुरु जी दे अमृत उपदेश दी कथा मन एकाग्र करके सरवण करिए। अज बाबा जुझार सिंह साहब जी का जन्म दिहाड़ा है। धन गुरु गोबिंद सिंह सच्चे पातशाह जी महाराज जी के गृह विखे सत्कारयोग माता अजीत कौर जी की कुख तो बाबा जुझार सिंह साहब जी ने श्री आनंदपुर साहब की पावन धरती गुरुद्वारा भोरा साहिब इस अस्थान ते सच्चे पातशाह जी महाराज के घर के अंदर जन्म धारिया। गरीब नवाज सच्चे पातशाह जी दे दर घर तो इहो जी महान बख्शिश प्राप्त की थी। चमकौर साहब दे मैदाने जंग दे अंदर बाबा जुझार सिंह साहब जी लड़ते हुए वीर गति नूं प्राप्त होए। जिथे गुरुद्वारा भोरा साहिब गुरु तेग बहादुर सच्चे पातशाह जी महाराज दे कोल जदों कश्मीरी पंडित आए सीगे, पहला उत्थे साध संगत जी यादगारी थड़ा साहब बनया होया सीगा। उपरंत हुण गुरुद्वारा साहिब तामीर होया है। ये भोरा साहब की हदूद दे अंदर है। सिंह सभा लहर तो पहला एक निशान साहिब जो बजुर्गों को पता है कि भोरा साहब की हदूद दे अंदर हुंदा सी, जिथे बाबा जुझार सिंह साहिब, बाबा जोरावर सिंह ते बाबा फतेह सिंह साहब जी दे जन्म दे धारण दा अस्थान सीगा। उत्थे निशान साहिब बजुर्गों ने दर्शन किए है। ये गुरुद्वारा भोरा साहब जिथे बनया होया है, इत्थे सतगुरु जी दे महल सीगे। ये महल गुरु तेग बहादुर सच्चे पातशाह जी महाराज ने बनवाए सन। माखोवाल दी ये धरती खरीद के सच्चे पातशाह जी महाराज जी ने अपने सत्कारयोग माता जी दे नाम दे उत्ते चक माता नानकी ये नगर बसाया सी, जिसदा उपरंत नाम श्री आनंदपुर साहिब करके साध संगत जी प्रसिद्ध होया। सच्चे पातशाह जी दे जदों महाराज
ਪਟਨਾ ਸਾਹਿਬ ਤੋਂ ਪਰਤੇ ਸੀ ਤੇ ਹਜੂਰ ਨੇ ਉਸ ਸਮੇਂ ਫਿਰ ਆਪਣੀ ਸ਼ਹਾਦਤ ਦਿੱਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਤਖਤ ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਦੇ ਰਹਿਣ ਦਾ ਮਹਿਲ ਅਸਥਾਨ ਇਹ ਗੁਰਦੁਆਰਾ ਭੋਰਾ ਸਾਹਿਬ ਹੀ ਹੈ ਸਾਧ ਸੰਗਤ ਜੀ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਨਿੱਜੀ ਰਿਹਾਇਸ਼ ਹੁੰਦੀ ਸੀਗੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਦੇ ਨਜ਼ਦੀਕ ਕੁਝ ਹੋਰ ਵੀ ਹਵੇਲੀਆਂ ਹਨ ਜਿਨ੍ਹਾਂ ਦੀ ਪੁਰਾਤਨਤਾ ਨੂੰ ਅਜੇ ਵੇਖਿਆ ਜਾ ਸਕਦਾ ਹੈ, ਕਿਉਂਕਿ ਸਮੇਂ ਦੀ ਆਗੋਸ਼ ਨਾਲ ਉਹ ਸਾਧ ਸੰਗਤ ਜੀ ਪੁਰਾਤਨ ਚੀਜ਼ਾਂ ਜਿਹੜੀਆਂ ਕਈ ਉਹ ਵਿੱਚ ਹੀ ਸਮਾ ਗਈਆਂ। ਉਹਨਾਂ ਦੇ ਕੁਝ ਚਿੰਨ੍ਹ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਪੁਰਾਤਨ ਹਵੇਲੀਆਂ ਵਜੋਂ ਜੋ ਸੋਢੀਆਂ ਦੀਆਂ ਹਵੇਲੀਆਂ ਅਖਵਾਉਂਦੀਆਂ, ਉਹਨਾਂ ਦੇ ਸਾਧ ਸੰਗਤ ਜੀ ਵਜੂਦ ਅਜੇ ਮੌਜੂਦ ਹਨ। ਤੋ ਅੱਜ ਬਾਬਾ ਜੁਝਾਰ ਸਿੰਘ ਸਾਹਿਬ ਉਹਨਾਂ ਦਾ ਜਨਮ ਦੇ ਧਾਰਨ ਦਾ ਦਿਨ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਅੰਦਰ ਜਿਨ੍ਹਾਂ ਨੇ ਆਪਣਾ ਜਨਮ ਲੈ ਕਰਕੇ ਐਡੇ ਵੱਡੇ ਪੁਰਸ਼ਾਰਥ ਨੂੰ ਕੀਤਾ, ਚਮਕੌਰ ਸਾਹਿਬ ਦੀ ਕੱਚੀ ਗੜੀ ਤੋਂ ਨਿਕਲ ਕਰਕੇ ਵੀਰਗਤੀ ਨੂੰ ਪ੍ਰਾਪਤ ਕੀਤਾ। ਬਾਬਾ ਜੁਝਾਰ ਸਿੰਘ ਸਾਹਿਬ ਦੇ ਜਨਮ ਦਿਨ ਦੀ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਆਓ ਮਹਾਰਾਜ ਜੀ ਦੇ ਪਵਿੱਤਰ ਉਪਦੇਸ਼ ਨੂੰ ਇਕਾਗਰਤਾ ਸਹਿਤ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹਲਾ ਤੀਜਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਾਧ ਸੰਗਤ ਜੀ 32ਵੀਂ ਅਸ਼ਟਪਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 33 ਅਸ਼ਟਪਦੀਆਂ ਹਨ ਕੁੱਲ, ਕਿਉਂਕਿ ਪਹਿਲੀ ਅਸ਼ਟਪਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਆਈ ਹੈ, ਤੋ ਇਸ ਕਰਕੇ ਕੁੱਲ ਜੋੜ 33 ਆਇਆ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ 32ਵੀਂ ਅਖੀਰਲੀ ਅਸ਼ਟਪਦੀ ਆ ਰਹੀ ਹੈ। ਸਤਿਗੁਰੂ ਜੀ ਮਾਝ ਰਾਗ ਦੇ ਅੰਦਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਾਇਆ ਮੋਹ ਜਗਤ ਸਬਾਇਆ। ਹਜੂਰ ਫਰਮਾਉਂਦੇ ਆ ਗੁਰਸਿੱਖੋ, ਇਹ ਜਿਹੜਾ ਸਬਾਇਆ ਸਾਰਾ ਜਗਤ ਹੈ ਨਾ, ਮਹਾਰਾਜ ਕਹਿੰਦੇ ਮਾਇਆ ਦੇ ਮੋਹ ਵਿੱਚ ਹੀ ਫਸਿਆ ਹੋਇਆ ਹੈ। ਮਾਇਆ ਦੇ ਮੋਹ ਕਰਕੇ ਹੀ ਮਹਾਰਾਜ ਕਹਿੰਦੇ ਭਾਈ ਜਗਤ ਪਾਸਦਾ ਹੈ। ਜੇ ਮਾਇਆ ਦਾ ਮੋਹ ਕੱਟਿਆ ਜਾਵੇ ਤੇ ਜਗਤ ਸਾਧ ਸੰਗਤ ਜੀ ਜਗਤ ਨਹੀਂ ਫਿਰ ਦਿਖਾਈ ਦਿੰਦਾ, ਪਰਮੇਸ਼ਰ ਦਾ ਸਰੂਪ ਹੀ ਦਿਖਾਈ ਦਿੰਦਾ ਹੈ। ਜਿਵੇਂ ਕਹਿਣ ਨੂੰ ਤਾਂ ਲਹਿਰ ਵੈ, ਪਰ ਲਹਿਰ ਵਿੱਚ ਵੀ ਤਾਂ ਪਾਣੀ ਹੈ ਨਾ, ਤਾਂ ਹੀ ਤਾਂ ਲਹਿਰ ਵੈ। ਇਸੇ ਤਰ੍ਹਾਂ ਕਹਿਣ ਨੂੰ ਜਗਤ ਵੈ, ਜਗਤ ਵਿੱਚ ਵੀ ਉਹ ਆਪ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰਾ ਜਗਤ ਹੀ ਮਾਇਆ ਦੇ ਮੋਹ ਵਿੱਚ ਮਹਾਰਾਜ ਕਹਿੰਦੇ ਭਾਈ ਫਸ ਗਿਆ ਹੈ। ਮਾਇਆ ਦਾ ਮੋਹ ਜਿਹੜਾ ਹੈ ਉਹ ਜੀਵਾਂ ਨੂੰ ਹਟਦਾ ਨਹੀਂ। ਸਰੀਰ ਵੀ ਸਾਧ ਸੰਗਤ ਜੀ ਸਿਥਲ ਹੋ ਜਾਂਦਾ ਹੈ, ਪਰ ਮਾਇਆ ਦੇ ਸੰਕਲਪ ਨਹੀਂ ਮੁੱਕਦੇ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਸਾਧ ਸੰਗਤ ਜੀ ਵੇਖਦਿਆਂ ਵੇਖਦਿਆਂ ਅੱਖਾਂ ਜਿਹੜੀਆਂ ਉਹ ਥੱਕਦੀਆਂ ਨਹੀਂ, ਤੇ ਮਨ ਜਿਹੜਾ ਕਿਉਂਕਿ ਅੰਦਰ ਮਾਇਆ ਦੇ ਮੋਹ ਵਿੱਚ ਫਸਿਆ ਹੋਣ ਕਰਕੇ
ਰੱਜਦਾ ਨਹੀਂ ਹੈ। ਤੇ ਇਸ ਕਰਕੇ ਨਾ ਹੀ ਰਸਾਂ ਨੂੰ ਭੋਗਦਿਆਂ ਹੋਇਆਂ ਥੱਕਿਆ ਹੈ, ਨਾ ਹੀ ਸੰਸਾਰ ਦੇ ਰੰਗ ਰਾਗ ਸੁਣਦਿਆਂ ਹੋਇਆਂ ਥੱਕਿਆ ਹੈ। ਇਸ ਪ੍ਰਕਾਰ ਇਹ ਜਿਹੜਾ ਮਾਇਆ ਦਾ ਮੋਹ ਹੈ, ਸਰੀਰ ਤਾਂ ਸਾਧ ਸੰਗਤ ਜੀ ਸਾਰਾ ਜਿਹੜਾ ਸਿਥਲ ਹੋ ਜਾਂਦਾ ਹੈ, ਪਰ ਅੰਦਰੋਂ ਮਾਇਆ ਦਾ ਮੋਹ ਨਹੀਂ ਜੀਵ ਨੂੰ ਹਟਦਾ ਹੈ। ਇਹੋ ਜਿਹਾ ਪ੍ਰਭਾਵ ਮਾਇਆ ਪਾਉਂਦੀ ਹੈ ਕਿ ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੂ ਨਾਨਕ ਇਹ ਬਿਦ ਭਈ, ਤਉ ਨ ਹਰ ਰਸ ਲੀਨ। ਫਿਰ ਵੀ ਪਰਮੇਸ਼ਰ ਦੇ ਨਾਮ ਰਸ ਵੱਲ ਪ੍ਰਵਿਰਤ ਨਹੀਂ ਹੁੰਦਾ। ਸਾਰਾ ਸਾਧ ਸੰਗਤ ਜੀ ਸਰੀਰ ਸਿਥਲ ਹੋ ਜਾਂਦਾ, ਮਾਇਆ ਦੇ ਪ੍ਰਭਾਵ ਫਿਰ ਵੀ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਇਹ ਸਾਰਾ ਜਗਤ ਹੀ ਮਾਇਆ ਦੇ ਮੋਹ ਵਿੱਚ ਹਜੂਰ ਕਹਿੰਦੇ ਫਸਿਆ ਹੋਇਆ ਏ। ਤ੍ਰੈ ਗੁਣ ਦਿਸ ਹੈ ਮੋਹੇ ਮਾਇਆ। ਸਤਿਗੁਰੂ ਜੀ ਕਹਿੰਦੇ ਜਿਹੜੇ 3 ਗੁਣ ਹਨ, ਇਹ ਮਹਾਰਾਜ ਕਹਿੰਦੇ ਇਹਨਾਂ ਗੁਣਾਂ ਦੇ ਵਿੱਚ ਹੀ ਸਾਰਾ ਜਗਤ ਜਿਹੜਾ ਹੈ ਫਸਿਆ ਹੋਇਆ ਦਿਸ ਰਿਹਾ ਹੈ। ਇੱਥੋਂ ਤੱਕ ਕਿ ਜਿਹੜੇ शिव जी ब्रह्मा विष्णु में, ब्रह्मा विष्णु सिरे तै अगनत, तिनको मोह भया मन मद का, ये भी माया विच ही फसे हुए है। माया दे संकल्प विकल्प अंदर ही ये लगे रहिंदे है। कोई क्रोध करदा है, कोई वडियाई दी इच्छा करदा है, कोई इस प्रकार आप ही अपने आप ਨੂੰ ਉਤਪਤੀ ਦਾ ਕਾਰਨ ਬ੍ਰਹਮਾ ਵਰਗਾ ਮੰਨਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ 3 ਗੁਣ ਜਿਹੜੇ ਆ ਨਾ ਮਾਇਆ ਦੇ, ਇਹਨਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਸਾਰੀ ਕਾਇਨਾਤ ਜਿਹੜੀ ਹੈ ਨਾ ਉਹ ਦਿਸ ਰਹੀ ਹੈ। ਤੇ ਮਾਇਆ ਦੇ ਫਿਰ ਮੋਹ ਤੋਂ ਬਚਦਾ ਕੌਣ ਹੈ, ਇਹ ਵੀ ਸਤਿਗੁਰੂ ਜੀ ਦੱਸਣਗੇ। ਮਹਾਰਾਜ ਕਹਿੰਦੇ ਜੋ ਵੀ ਦਿਸ ਰਿਹਾ ਹੈ ਨਾ ਉਹ ਮਾਇਆ ਦੇ ਮੋਹ ਵਿੱਚ ਹੀ ਦਿਖਾਈ ਦੇ ਰਿਹਾ ਹੈ। ਚਾਹੇ ਦੇਵੀ ਦੇਵਤੇ ਹੈ, ਚਾਹੇ ਜੀਵ ਹਨ, ਚਾਹੇ ਦੈਂਤ ਹਨ, ਇਹ ਸਾਰੇ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਵਿੱਚ ਹੀ ਭਾਈ ਫਸੇ ਹੋਏ ਦਿਸ ਰਹੇ ਹੈ। ਜ਼ਿਕਰ ਆਉਂਦਾ ਇੱਕ ਵਾਰੀ ਕਹਿੰਦੇ ਨਾਰਦ ਨੇ ਕਿਹਾ ਕ੍ਰਿਸ਼ਨ ਭਗਵਾਨ ਜੀ ਨੂੰ ਕਿ ਭਗਵਾਨ ਜੀ ਇਹ ਜੀਵ ਕੈਸੇ ਵੇਖੋ ਮਾਇਆ 'ਚ ਲੱਗੇ ਰਹਿੰਦੇ ਹੈ, ਭਜਨ ਨਹੀਂ ਕਰਦੇ। ਇਹਨਾਂ ਨੂੰ ਚਾਹੀਦਾ ਹੈ ਕਿ ਭਜਨ ਕਰਨ ਤੇ ਮਾਇਆ ਦੇ ਭਰਮ ਨੂੰ ਛੱਡ ਕਰਕੇ ਆਪਣੇ ਅਸਲ ਸਵਰੂਪ ਨੂੰ ਪਹਿਚਾਨਣ, ਸੁਖ ਰੂਪ ਨੂੰ। ਕ੍ਰਿਸ਼ਨ ਜੀ ਹੱਸ ਕੇ ਕਹਿੰਦੇ ਨਾਰਦ ਮਾਇਆ ਬੜੀ ਪ੍ਰਬਲ ਹੈ, ਇਹ ਜੀਵ ਨੂੰ ਆਪਣਾ ਸਰੂਪ ਭੁਲਾ ਦਿੰਦੀ ਹੈ। ਆਪਣੇ ਆਪ ਨੂੰ ਜੋ ਵਿਸਰ ਜਾਵੇ ਉਹਨੂੰ ਹੀ ਮਾਇਆ ਕਹਿੰਦੇ ਆ। ਮਾਇਆ ਜਿਹੜਾ ਸਹੀ ਰੂਪ 'ਚ ਨਾ ਦਿਸ ਰਿਹਾ ਹੋਵੇ, ਜੋ ਕੁਝ ਸਚਾਈ ਹੈ ਉਹ ਦਿਸੇ ਨਾ, ਮਹਿਸੂਸ ਨਾ ਹੋਵੇ, ਉਸ ਨੂੰ ਸਾਧ ਸੰਗਤ ਜੀ ਮਾਇਆ ਕਹਿੰਦੇ ਆ। ਤੇ ਆਪਣੇ ਸਰੂਪ ਨੂੰ ਜੀਵ ਭੁੱਲਿਆ ਹੋਇਆ ਹੈ। ਤੇ ਨਾਰਦ ਜੀ ਹੁਣ ਦੇਵਤੇ ਹੈ, ਹਰ ਵੇਲੇ ਕੀਰਤਨ ਕਰਨ ਦਾ ਸੁਭਾਅ ਹੈ, ਤੇ ਪਰ ਮਾਇਆ ਤੇ ਇਹਨਾਂ ਨੂੰ ਸ਼ੰਕਾ ਹੋ ਗਿਆ ਕਿ ਜੀਵ ਸ਼ਾਇਦ ਜਾਗਦੇ ਹੀ ਨਹੀਂ ਇਸ ਮਾਇਆ ਰੂਪੀ ਨੀਂਦਰ ਤੋਂ। ਕ੍ਰਿਸ਼ਨ ਜੀ ਕਹਿੰਦੇ ਬੜੀ ਪ੍ਰਬਲ ਹੈ ਮਾਇਆ ਨਾਰਦ, ਇਹ ਬੜਿਆਂ ਬੜਿਆਂ ਨੂੰ ਭਰਮਾ ਲੈਂਦੀ ਹੈ। ਤੇ ਫਿਰ ਨਾਰਦ ਜੀ ਕਹਿੰਦੇ ਮਹਾਰਾਜ ਮੈਨੂੰ ਦਿਖਾਓ ਕਿ ਮਾਇਆ ਕਿੰਨੀ ਕੁ ਪ੍ਰਬਲ ਹੈ। ਕ੍ਰਿਸ਼ਨ ਜੀ ਕਹਿੰਦੇ ਚੰਗਾ ਆ ਨਾਰਦ ਇਸ਼ਨਾਨ ਕਰ ਲਈਏ ਫਿਰ ਤੈਨੂੰ ਦਿਖਾਉਨੇ ਆ। ਤੇ ਉਹ ਦਿਖਾਉਣਾ ਸੀਗਾ ਇਸ਼ਨਾਨ ਦੇ ਬਹਾਨੇ ਹੀ। ਕ੍ਰਿਸ਼ਨ ਜੀ ਵੀ ਇਸ਼ਨਾਨ ਕਰਨ ਲੱਗ ਗਏ, ਨਾਰਦ ਵੀ ਇਸ਼ਨਾਨ ਕਰਨ ਲੱਗਾ। ਉੱਥੇ ਕਹਿੰਦੇ ਆ ਮੱਛ ਨੇ ਨਾਰਦ ਨੂੰ ਨਿਗਲ ਲਿਆ। ਤੇ ਜਦੋਂ ਨਿਗਲ ਲਿਆ ਇੰਨੀ ਹੋਸ਼ ਰਹੀ ਹੈ ਨਾਰਦ ਨੂੰ ਕਿ ਮੈਨੂੰ ਮੱਛ ਨੇ ਨਿਗਲ ਲਿਆ। ਤੇ ਦੂਸਰੇ ਕੰਢੇ ਤੇ ਜਾ ਕਰਕੇ ਨਾ ਮੱਛ ਨੇ ਉਸ ਨੂੰ ਉਗਲ ਦਿੱਤਾ ਹੈ। ਇਹ ਸਭ ਮਾਇਆ ਹੈ ਹੁਣ ਜੋ ਵਰਤਣ ਲੱਗੀ ਹੈ ਕਿ ਮਹਾਰਾਜ ਮੈਨੂੰ ਦਿਖਾਓ ਮਾਇਆ। ਤੇ ਉਹ ਜਦੋਂ ਹੈ ਤਾਂ ਨਾਰਦ ਹੀ, ਪਰ ਉਹਦੀ ਇਉਂ ਦੇਹ ਪਲਟ ਗਈ, ਇਸਤਰੀ ਦਾ ਰੂਪ। ਉਸ ਜਦੋਂ ਮੱਛ ਨੇ ਉਸ ਨੂੰ ਉਗਲਿਆ ਨਾ
ਉਦੋਂ ਇਸਤਰੀ ਰੂਪ ਵਿੱਚ ਬਾਹਰ ਨਿਕਲੇ। ਉੱਥੇ ਧੋਬੀ ਕੱਪੜੇ ਧੋਂਦਾ ਹੈ। ਉਸ ਨੇ ਉਸ ਨੂੰ ਵਰ ਲਿਆ ਤੇ ਆਪਣੇ ਨਾਲ ਲੈ ਗਿਆ। ਫਿਰ ਧੋਬੀ ਤੋਂ ਬੜੇ ਬੱਚੇ ਉਤਪੰਨ ਹੋਏ। ਬੜਾ ਸਮਾਂ ਜਿਹੜਾ ਸੀ ਬਤੀਤ ਹੋਇਆ। ਉਹ ਫਿਰ ਜਦੋਂ ਧੋਬੀ ਨਹੀਂ ਆਉਂਦਾ, ਕਦੇ ਆਪ ਉਹ ਧੋਬਣ ਨਾਰਦ ਦੇ ਰੂਪ ਵਿੱਚ ਕੱਪੜੇ ਧੋਣ ਘਾਟ ਤੇ ਆਉਂਦੀ ਹੈ। ਜਦੋਂ ਬੱਚੇ ਜਵਾਨ ਹੋ ਗਏ, ਬੱਚਿਆਂ ਵਿੱਚ ਬੜਾ ਮੋਹ ਪੈ ਗਿਆ, ਬਹੁਤ ਜ਼ਿਆਦਾ ਘਰ ਪਰਿਵਾਰ ਦਾ ਮੋਹ ਲੱਗ ਗਿਆ। ਇੱਕ ਦਿਨ ਕੱਪੜੇ ਧੋਣ ਆਏ ਨਾਰਦ ਨੂੰ, ਫਿਰ ਮੱਛ ਨੇ ਨਿਗਲ ਲਿਆ। ਜਦੋਂ ਨਿਗਲ ਲਿਆ ਤੇ ਦੂਸਰੇ ਕੰਢੇ ਆ ਕਰਕੇ ਫਿਰ ਉਹਨੂੰ ਗਲੱਛ ਦਿੱਤਾ ਤੇ ਉਹਦੀ ਦੇਹ ਨਾਰਦ ਵਾਲੀ। ਕ੍ਰਿਸ਼ਨ ਜੀ ਇਸ਼ਨਾਨ ਕਰ ਰਹੇ ਉਵੇਂ ਹੀ ਮਾਇਆ ਦੇ ਭਰਮ ਕਰਕੇ ਨਾਰਦ ਨੂੰ ਪ੍ਰਤੀਤ ਹੋ ਰਿਹਾ ਹੈ ਕਿ ਬਹੁਤ ਸਮਾਂ ਲੰਘ ਗਿਆ, ਪਰ ਸਮਾਂ ਤਾਂ ਲੰਘਿਆ ਨਹੀਂ ਸੀ। ਉਹ ਤਾਂ ਉੱਥੇ ਹੀ ਇਸ਼ਨਾਨ ਕਰਦੇ ਪਏ ਸੀ। ਇੱਕ ਮਾਇਆ ਦੀ ਝਲਕ ਵਿਖਾਈ ਸੀ ਕ੍ਰਿਸ਼ਨ ਜੀ ਨੇ। ਤੇ ਜਦੋਂ ਨਾਰਦ ਆਪਣੇ ਉਸੇ ਸਰੂਪ ਵਿੱਚ ਫਿਰ ਪ੍ਰਗਟ ਹੋਇਆ ਨਾ, ਤੇ ਕ੍ਰਿਸ਼ਨ ਜੀ ਕੱਪੜੇ ਪਾ ਲਏ। ਕਹਿੰਦੇ ਨਾਰਦ ਚੱਲੀਏ। ਨਾਰਦ ਕਹਿੰਦਾ ਮਹਾਰਾਜ ਮੇਰੇ ਬੱਚੇ। ਕਹਿੰਦਾ ਨਾ ਮਹਾਰਾਜ ਮੇਰੇ ਬੱਚੇ ਉਹਦੇ ਉਧਰ ਪਾਰ ਰਹਿ ਗਏ ਆ। ਕ੍ਰਿਸ਼ਨ ਜੀ ਕਹਿੰਦੇ ਤੂੰ ਨਾਰਦ ਹੈ, ਦੇਵਤਾ ਹੈ, ਕਿਹੜੇ ਬੱਚਿਆਂ ਦੀ ਗੱਲ ਕਰਦਾ? ਕਹਿੰਦਾ ਭਗਵਾਨ ਮੇਰੀ ਇਸਤਰੀ ਵਾਲੀ ਦੇਹੀ ਸੀ, ਮੇਰੇ ਬੱਚੇ ਆ। ਮੈਂ ਤਾਂ ਕੱਪੜੇ ਧੋਣ ਆਇਆ ਸੀ ਘਾਟ ਦੇ ਉੱਤੇ ਤੇ ਇਸ ਤਰ੍ਹਾਂ ਮੈਨੂੰ ਮੱਛ ਨੇ ਨਿਗਲ ਲਿਆ। ਕ੍ਰਿਸ਼ਨ ਜੀ ਵੇਖ ਰਹੇ ਨੇ ਕਿ ਨਾਰਦ ਉੱਤੇ ਮਾਇਆ ਦਾ ਇਹੋ ਜਿਹਾ ਅਸਰ ਹੋਇਆ ਜੇ ਵੀ ਇਹਨੂੰ ਹਟ ਨਹੀਂ ਰਿਹਾ ਉਹ ਛੌੜ। ਕ੍ਰਿਸ਼ਨ ਜੀ ਨੇ ਮੂੰਹ ਤੇ ਫਿਰ ਚਪੇੜ ਮਾਰੀ। ਕਹਿੰਦੇ ਜਦੋਂ ਚਪੇੜ ਮਾਰੀ ਤੇ ਮਾਇਆ ਦਾ ਜਿਹੜਾ ਮੋਹ ਸੀ ਨਾ ਉਹ ਸਾਰਾ ਹਟਿਆ। ਫਿਰ ਨਾਰਦ ਬੜਾ ਹੈਰਾਨ ਹੋਇਆ। ਕਹਿੰਦਾ ਓਹੋ ਏਡੀ ਮਾਇਆ ਪ੍ਰਬਲ ਹੈ, ਸਮਝ ਹੀ ਨਹੀਂ ਲੱਗਦੀ, ਪਤਾ ਹੀ ਨਹੀਂ ਲੱਗਦਾ, ਜੀਵ ਨੂੰ ਸੋਝੀ ਨਹੀਂ ਆਉਂਦੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ ਇਹ ਜਿਹੜਾ ਸਬਾਇਆ ਸਾਰਾ ਜਗਤ ਵੈ ਨਾ ਗੁਰਸਿੱਖੋ, ਇਹ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਏਡਾ ਜ਼ਿਆਦਾ ਪ੍ਰਬਲ ਹੈ ਮਾਇਆ ਦਾ ਮੋਹ ਕਿ ਆਪਣੇ ਆਪ ਨੂੰ ਖੂਹ ਦੇ ਡੱਡੂ ਵਾਂਗੂ ਓਨਾ ਕੀ ਸੀਮਤ ਰੱਖਦਾ ਹੈ, ਉਸ ਤੋਂ ਬਾਹਰ ਸੋਚਦਾ ਹੀ ਨਹੀਂ, ਉਸ ਤੋਂ ਬਾਹਰ ਉਹਦੀ ਦ੍ਰਿਸ਼ਟੀ ਨਹੀਂ ਜਾਂਦੀ। ਜਿਵੇਂ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਵਿਖਿਆ ਬਮੋਹਿਆ, ਕਛ ਆਰਾ ਪਾਰ ਨਾ ਸੂਝ। ਇਹੋ ਜਿਹਾ ਮਾਇਆ ਦੇ ਮੋਹ ਵਿੱਚ, ਵਿਸ਼ਿਆਂ ਦੇ ਮੋਹ ਵਿੱਚ ਮੋਹਿਆ ਗਿਆ ਕਿ ਪਤਾ ਹੀ ਨਹੀਂ ਕਿ ਬਾਹਰ ਵੀ ਕੋਈ ਦੁਨੀਆ ਹੈ। ਉਹ ਸਮਝਦਾ ਨਹੀਂ, ਬਸ ਇੰਨਾ ਕੁ ਹੈ। ਜਿਵੇਂ ਉਹਦੇ ਤੇ ਪ੍ਰਮਾਣ ਦਿੰਦੇ, ਕਹਿੰਦੇ ਇੱਕ ਹੰਸ ਜਿਹੜਾ ਸੀ ਉਹ ਖੂਹ ਤੇ ਆ ਕੇ ਬੈਠਦਾ ਹੁੰਦਾ ਸੀ। ਡੱਡੂ ਨਾਲ ਉਹਦਾ ਮੇਲ ਮਿਲਾਪ ਹੋਇਆ ਤੇ ਡੱਡੂ ਨੇ ਵੇਖਿਆ ਹੀ ਪਹਿਲੀ ਵਾਰੀ ਸੀਗਾ, ਕਿਉਂਕਿ ਖੂਹ ਹੀ ਉਹਦੀ ਦੁਨੀਆ ਹੈ। ਤੇ ਉਹਨੇ ਪੁੱਛਿਆ ਡੱਡੂ ਨੇ ਕਿ ਭਈ ਤੂੰ ਕੌਣ ਹੈ? ਕਹਿੰਦਾ ਮੈਂ ਹੰਸ ਹਾਂ। ਅੱਛਾ ਤੂੰ ਕਿੱਥੇ ਰਹਿਣਾ? ਕਹਿੰਦਾ ਅਸੀਂ ਮਾਨ ਸਰੋਵਰ ਤੇ ਰਹਿੰਦੇ ਹਾਂ। ਤੇ ਡੱਡੂ ਨੇ ਅਗਲਾ ਸਵਾਲ ਕੀਤਾ, ਕਹਿੰਦਾ ਕਿੱਡਾ ਕੁ ਵੱਡਾ ਤੁਹਾਡਾ ਮਾਨ ਸਰੋਵਰ? ਹੰਸ ਕਹਿੰਦਾ ਬਹੁਤ ਵੱਡਾ ਹੈ। ਡੱਡੂ ਨੇ ਇੱਕ ਛਾਲ ਮਾਰੀ, ਕਹਿੰਦਾ ਐਡਾ ਵੱਡਾ ਹੋਣਾ? ਕਹਿੰਦਾ ਨਹੀਂ ਵੱਡਾ ਹੈ। ਦੂਜੀ ਮਾਰੀ, ਕਹਿੰਦਾ ਨਹੀਂ ਇਸ ਤੋਂ ਵੀ ਵੱਡਾ ਹੈ। ਤੀਸਰੀ ਛਾਲ ਮਾਰੀ, ਕਹਿੰਦਾ ਨਹੀਂ ਇਸ ਤੋਂ ਵੀ ਵੱਡਾ ਹੈ। ਚੌਥੀ ਛਾਲ ਮਾਰੀ ਤੇ ਡੱਡੂ ਖੂਹ ਦੇ ਦੂਜੇ ਕੰਢੇ ਜਾ ਲੱਗਾ। ਕਹਿੰਦਾ ਫਿਰ ਐਡਾ ਵੱਡਾ ਹੋਣਾ? ਹੰਸ ਕਹਿੰਦਾ ਨਹੀਂ ਉਹ ਇਸ ਤੋਂ ਵੀ ਬਹੁਤ ਵੱਡਾ ਹੈ। ਡੱਡੂ ਹੱਸ ਪਿਆ, ਕਹਿੰਦਾ ਜਾ ਇਸ ਤੋਂ ਵੱਡੀ ਤੇ ਕੋਈ ਚੀਜ਼ ਹੁੰਦੀ ਨਹੀਂ, ਕਿਉਂਕਿ ਉਹਦੀ ਮਤ ਉੱਥੇ ਤੱਕ ਸੀਮਤ ਹੈ। ਮਾਇਆ ਦੇ ਅੰਦਰ ਜੀਵ ਬੱਝਿਆ ਹੋਇਆ, ਉਸ ਤੋਂ ਪਰੇ ਸੋਚ ਹੀ ਨਹੀਂ ਸਕਦਾ। ਤੇ ਇਹੋ ਜਿਹਾ ਮਾਇਆ ਨੇ ਪ੍ਰਭਾਵ ਪਾਇਆ, ਗੁਰੂ ਜੀ ਦਾ ਉਪਦੇਸ਼ ਸੁਣ ਕੇ ਵੀ ਸ਼ਰਧਾ ਨਹੀਂ ਕਰਦਾ। ਭਾਵੇਂ ਕਿ ਵੇਖੋ ਮਹਾਰਾਜ ਜੋ ਸਾਨੂੰ ਉਪਦੇਸ਼ ਦਿੰਦੇ ਆ ਕਿ ਇਸ ਬ੍ਰਹਿਮੰਡ ਦੇ ਅੰਦਰ ਜਿਹੜੀਆਂ ਸ਼ਕਤੀਆਂ ਨੇ ਉਹ ਸਾਰੀਆਂ ਸਿੱਖਾਂ ਤੇਰੇ ਸਰੀਰ ਵਿੱਚ ਹੈ। ਤੇ ਮਾਇਆ ਦੇ ਭਰਮ ਵਿੱਚ ਪਿਆ ਹੋਇਆ, ਮਾਇਆ ਦੇ ਮੋਹ ਵਿੱਚ ਪਿਆ ਹੋਇਆ ਯਕੀਨ ਨਹੀਂ ਕਰਦਾ ਮਨ।
ਕਿ ਕਿਵੇਂ ਹੋ ਸਕਦਾ ਹੈ। ਭਾਵੇਂ ਕਿ ਆਪਾਂ ਸੁਣ ਲੈਂਦੇ ਹਾਂ, ਅਸਰ ਨਹੀਂ ਹੁੰਦਾ। ਇਸੇ ਕਰਕੇ ਨਹੀਂ ਹੁੰਦਾ ਕਿ ਮਾਇਆ ਦੇ ਮੋਹ ਦਾ ਜ਼ੋਰ ਬਹੁਤ ਹੈ। ਗੁਰੂ ਸਾਹਿਬ ਦੇ ਕਹੇ ਹੋਏ ਉਪਦੇਸ਼ ਦੇ ਉੱਤੇ ਵੀ ਮਨ ਪੂਰਨ ਤੌਰ ਤੇ ਨਿਸ਼ਚਾ ਨਹੀਂ ਕਰਦਾ। ਕਿਉਂ? ਮਾਇਆ ਦਾ ਮੋਹ ਬਹੁਤ ਜ਼ਿਆਦਾ ਚਿੰਬੜਿਆ ਹੋਇਆ ਹੈ। ਐਸਾ ਇਹਨੇ ਸਰੂਪ ਨੂੰ ਭੁਲਾ ਦਿੱਤਾ ਹੈ ਕਿ ਆਪਣੇ ਆਪ ਵਿੱਚ ਹੀ ਹਰ ਵੇਲੇ ਭਰਮਾਈ ਰੱਖਦੀ ਹੈ ਤੇ ਜੀਵ ਇਸੇ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ, ਇਸੇ ਨੂੰ ਹੀ ਆਪਣਾ ਸੰਸਾਰ ਸਮਝਦਾ ਹੈ। ਇਸ ਤੋਂ ਵੱਧ ਇਸ ਦੀ ਬਿਰਤੀ ਜਾਂਦੀ ਨਹੀਂ, ਖਿਆਲ ਜਾਂਦਾ ਨਹੀਂ। ਦੇਵੀ ਦੇਵਤੇ ਵੀ ਉੱਥੇ ਹੀ ਭਰਮਾਏ ਰਹਿੰਦੇ ਹੈ। ਜੀਵ ਦੀ ਕੀ ਬਾਤ ਕਰਨੀ ਹੈ, ਦੇਵੀ ਦੇਵਤੇ ਵੀ ਉੱਥੇ ਹੀ ਭਰਮਾਏ ਰਹਿੰਦੇ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਸਾਰਾ ਜੀਵਨ ਭੋਗਦਿਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਇਹ ਸਰੀਰ ਸਿਥਲ ਹੋ ਜਾਂਦਾ ਹੈ, ਪਰ ਮਾਇਆ ਦੇ ਸੰਕਲਪ ਜਿਹੜੇ ਆ ਨਾ ਉਹ ਅੰਦਰੋਂ ਸਾਧ ਸੰਗਤ ਜੀ ਸਿਥਲ ਨਹੀਂ ਹੁੰਦੇ। ਮਾਇਆ ਦੇ ਜਿੰਨੇ ਵੀ ਅੰਦਰ ਫੁਰਨੇ ਆ ਉਹ ਉਸੇ ਤਰ੍ਹਾਂ ਹੀ ਬਣੇ ਰਹਿੰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਜਿਹੜੇ 3 ਗੁਣ ਹਨ ਨਾ ਮਾਇਆ ਦੇ, ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ। ਮਹਾਰਾਜ ਕਹਿੰਦੇ ਨੇ ਸਾਰੇ ਇਹਦੇ ਵਿੱਚ ਹੀ ਦਿਸ ਰਹੇ ਆ। ਇਸ ਤੋਂ ਬਾਹਰ ਜਿਹੜਾ ਨਾ ਉਹ ਮਹਾਰਾਜ ਕਹਿੰਦੇ ਕੋਈ ਦਿਖਾਈ ਨਹੀਂ ਦੇ ਰਿਹਾ। ਜੇ ਇਹਦੇ ਵਿੱਚੋਂ ਨਿਕਲਦਾ ਹੈ ਮਾਇਆ ਦੇ 3 ਗੁਣਾਂ ਚੋਂ ਤਾਂ ਉਹ ਕੌਣ ਹੈ? ਸਤਿਗੁਰੂ ਜੀ ਦੱਸਦੇ ਹਨ, ਗੁਰ ਪ੍ਰਸਾਦੇ ਕੋ ਵਿਰਲਾ ਬੁਝੈ। ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਨਾਲ ਕੋਈ ਵਿਰਲਾ ਪੁਰਖ ਜਿਹੜਾ ਨਾ ਮਹਾਰਾਜ ਕਹਿੰਦੇ ਇਸ ਮਾਇਆ ਦੇ ਮੋਹ ਨੂੰ ਬੁੱਝਦਾ ਹੈ, ਸਮਝਦਾ ਹੈ ਕਿ ਮਾਇਆ ਮੋਹ ਪਾ ਰਹੀ ਹੈ। ਮਾਇਆ ਜਿਹੜੀ ਹੈ ਬਾਰ-ਬਾਰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਕਬੀਰ ਮਾਇਆ ਚੋਰਟੀ ਮੁਸ ਲਾਵੇ ਹਾਟ, ਮੋਹ ਕੇ ਆਪਣੇ ਵੱਲ ਲਾਉਂਦੀ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਕੋਈ ਵਿਰਲਾ ਬੁੱਝਦਾ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਜਿਸ ਗੁਰਮੁਖ ਦੇ ਉੱਤੇ, ਜਿਸ ਗੁਰਸਿੱਖ ਦੇ ਉੱਤੇ ਮਿਹਰਬਾਨ ਹੁੰਦੇ ਹੈ ਉਹਨੂੰ ਆਪਣੇ ਸਰੂਪ ਦਾ ਸਪਰਸ਼ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਸਪਰਸ਼ ਨਾਲ ਮਾਇਆ ਦਾ ਮੋਹ ਜਿਹੜਾ ਨਾ ਉਹਦਾ ਪਤਾ ਲੱਗ ਜਾਂਦਾ ਹੈ ਗੁਰਸਿੱਖ ਨੂੰ ਕਿ ਮਾਇਆ ਕਿਵੇਂ ਛਲ ਕਰਦੀ ਹੈ, ਮਾਇਆ ਕਿਵੇਂ ਮੋਹਦੀ ਹੈ। ਉਸ ਨੂੰ ਮਾਇਆ ਦੀ ਗਤਾ ਗਤੀ ਪਤਾ ਲੱਗ ਜਾਂਦਾ ਹੈ। ਇਹ ਦੇਹ ਵੀ ਮਾਇਆ ਰਚਿਤ ਹੀ ਹੈ। ਜਿਹੜੀ ਦੇਹ ਹੈ ਇਹ ਮਾਇਆ ਰਚਿਤ ਦੇਹ ਹੈ। ਇਹਦੇ ਵਿੱਚ ਉਹ ਕਿਵੇਂ ਵਰਤਦੀ ਹੈ ਗੁਰਮੁਖ ਬੁੱਝ ਲੈਂਦੇ ਹੈ, ਗੁਰਮੁਖ ਸਮਝ ਲੈਂਦੇ ਹੈ। ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਆ। ਚੌਥਾ ਪਦ ਲਿਵ ਲਾਵਣਿਆ, ਉਹ ਮਾਇਆ ਤੋਂ ਮੁਕਤ ਹੁੰਦਾ ਹੈ ਜਿਹਦੀ ਚੌਥੇ ਪਦ ਦੇ ਅੰਦਰ ਭਾਵ ਤੁਰਿਆ ਪਦ ਦੇ ਅੰਦਰ ਲਿਵ ਲੱਗ ਗਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਚੌਥੇ ਪਦ ਦੇ ਅੰਦਰ ਲਿਵ ਨੂੰ ਲਾਵਣਿਆ ਲਾਉਣਾ ਕੀਤਾ ਨਾ ਉਹਨੂੰ ਮਹਾਰਾਜ ਕਹਿੰਦੇ ਭਾਈ ਸਰੂਪ ਦਾ ਗਿਆਨ ਹੋ ਗਿਆ। ਉਹਨੇ ਬੁੱਝ ਲਿਆ ਹੈ ਆਪਣੇ ਆਪੇ ਨੂੰ, ਉਹਨੇ ਆਪਣੇ ਸਵਰੂਪ ਦਾ ਜਿਹੜਾ ਹੈ ਨਾ ਉਹ ਗਿਆਨ ਪਾ ਲਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਭਾਈ ਤੁਰਿਆ ਪਦ ਦੇ ਅੰਦਰ ਬਿਰਤੀ ਅਸਥਿਤ ਹੋ ਜਾਂਦੀ ਹੈ। ਲਿਵ ਲਾਵਣਿਆ ਉਹਨਾਂ ਨੇ ਲਿਵ ਲਾਉਣਾ ਕੀਤੀ ਆ। ਵਾਰੇ ਜਿਉ ਵਾਰੇ, ਹਜੂਰ ਕਹਿੰਦੇ ਅਸੀਂ ਭਾਈ ਉਹਨਾਂ ਤੋਂ ਵਾਰਨੇ ਜਾਂਦੇ ਆ, ਆਪਣਾ ਮਨ ਬਲਿਹਾਰ ਕਰਦੇ ਹਾਂ। ਮਾਇਆ ਮੋਹ ਸ਼ਬਦ ਜਲਾਵਣਿਆ, ਮਹਾਰਾਜ ਕਹਿੰਦੇ ਭਾਈ ਪ੍ਰਚੰਡ ਗਿਆਨ ਦੀ ਅਗਨ ਦੇ ਨਾਲ ਉਹਨਾਂ ਨੇ ਮਾਇਆ ਦੇ ਮੋਹ ਨੂੰ ਜਲਾ ਦਿੱਤਾ ਹੈ, ਸਾੜ ਦਿੱਤਾ ਹੈ ਮਾਇਆ ਦਾ ਮੋਹ। ਜਦੋਂ ਅੱਗ ਵਿੱਚ ਕੋਈ ਵੀ ਚੀਜ਼ ਪਾ ਦਈਏ ਨਾ, ਅੱਗ ਦਾ ਸੁਭਾਅ ਹੈ ਅੱਗ ਸਭ ਕੁਝ ਸਾੜ ਦਿੰਦੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅੰਦਰ ਗਿਆਨ ਦੀ ਬੱਤੀ ਲਾਉਂਦੇ ਆ ਨਾ ਉਦੋਂ ਸਾਧ ਸੰਗਤ ਜੀ ਹੌਲੀ ਹੌਲੀ ਫਿਰ ਪ੍ਰਕਾਸ਼ ਹੁੰਦਾ ਹੈ। ਇਹ ਜਿਹੜਾ ਦੇਹ ਰੂਪੀ ਦੀਵਾ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਗਿਆਨ ਦੀ ਅੱਗ ਤੋਂ ਦੂਰ ਵੈ।
ਜਿਸ ਕਰਕੇ ਹਨੇਰਾ ਹੀ ਹਨੇਰਾ ਛਾਇਆ ਪਿਆ। ਜਦੋਂ ਗਿਆਨ ਦੀ ਅਗਨੀ ਪ੍ਰਚੰਡ ਹੁੰਦੀ ਹੈ ਫਿਰ ਸਾਰਾ ਕੁਝ ਹੀ ਪੰਜੇ ਹੀ ਵਕਾਰ, ਪੰਜੇ ਹੀ ਵਿਸ਼ੇ, ਆਸਾ ਤ੍ਰਿਸ਼ਨਾ, ਆਸੁਰੀ ਸੰਪਦਾ, ਸਭ ਕੁਝ ਸੜ ਕੇ ਸਵਾਹ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਮਾਇਆ ਜਿੰਨੇ ਪਸਾਰਾ ਪਸਾਰਿਆ ਹੈ ਤੇ ਜਿਹੜਾ ਜੀਵ ਨੂੰ ਮੋਹ ਚਿੰਬੜ ਰਿਹਾ ਹੈ, ਇਹ ਸਾਰਾ ਹੀ ਮਾਇਆ ਦਾ ਮੋਹ ਜਿਹੜਾ ਹੈ ਗੁਰਮੁਖ ਗਿਆਨ ਦੀ ਅੱਗ ਵਿੱਚ ਜਾਲ ਦਿੰਦੇ ਹੈ, ਸਾੜ ਦਿੰਦੇ ਹਨ। ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ। ਉਹ ਹਰੀ ਦੇ ਨਾਲ ਮਹਾਰਾਜ ਕਹਿੰਦੇ ਭਾਈ ਚਿੱਤ ਫਿਰ ਲਾ ਸਕਦਾ ਹੈ। ਜਿਹਨੇ ਆਪਣਾ ਗਿਆਨ ਦੇ ਪ੍ਰਕਾਸ਼ ਵਿੱਚ, ਗਿਆਨ ਦੀ ਅੱਗ ਵਿੱਚ ਮਾਇਆ ਦੇ ਮੋਹ ਨੂੰ ਜਾਲ ਦਿੱਤਾ ਹੈ, ਉਹ ਹਰੀ ਦੇ ਨਾਲ, ਵਾਹਿਗੁਰੂ ਨਾਲ ਆਪਣਾ ਚਿੱਤ ਲਾ ਲੈਂਦੇ ਹੈ। ਨਹੀਂ ਤੇ ਚਿੱਤ ਨਹੀਂ ਸਾਧ ਸੰਗਤ ਜੀ ਪਰਮੇਸ਼ਰ ਨਾਲ ਲੱਗਦਾ। ਦੋ ਹੀ ਗੱਲਾਂ, ਜਾਂ ਤਾਂ ਮਾਇਆ ਨਾਲ ਲੱਗੇਗਾ ਜਾਂ ਫਿਰ ਜੇ ਪਰਮੇਸ਼ਰ ਨਾਲ ਲੱਗ ਗਿਆ ਤੇ ਮਾਇਆ ਨਾਲ ਨਹੀਂ ਲੱਗ ਸਕਦਾ। ਜੇ ਮਾਇਆ ਨਾਲ ਲੱਗਿਆ ਹੋਇਆ ਤੇ ਵਾਹਿਗੁਰੂ ਵਿੱਚ ਚਿੱਤ ਨਹੀਂ ਲੱਗ ਸਕਦਾ। ਜਦੋਂ ਸਤਿਗੁਰੂ ਜੀ ਦੇ ਕੋਲੋਂ ਗਿਆਨ ਪ੍ਰਾਪਤ ਕੀਤਾ, ਕਿਉਂਕਿ ਇਹ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧਾ ਜੀ ਨੂੰ ਉਪਦੇਸ਼ ਦਿੱਤਾ ਨਾ, ਉੱਥੇ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਵਿਤਾ ਰੂਪ ਵਿੱਚ ਲਿਖਿਆ ਕਿ ਮਹਾਰਾਜ ਜੀ ਨੇ ਫਿਰ ਪਾਂਧਾ ਜੀ ਨੂੰ ਇਹ ਉਪਦੇਸ਼ ਦਿੰਦਿਆਂ ਹੋਇਆਂ ਆਖਿਆ ਸੀ ਕਿ ਦੇਹ ਦੀਵਟੀ ਕੇ ਵਿਖੈ ਨੇਹ ਮੋਹ ਭਰਪੂਰ, ਬਾਤੀ ਵਿਸ਼ਿਆਨ ਬਾਸਨਾ ਗਿਆਨ ਅਗਨ ਤੇ ਦੂਰ। ਮਹਾਰਾਜ ਕਹਿੰਦੇ ਸੀ ਕਿ ਪਾਂਧਾ ਜੀ ਇਹ ਜਿਹੜੀ ਦੇਹ ਹੈ ਦੀਵੇ ਦੀ ਨਿਆਈ ਹੈ, ਇਹਦੇ ਵਿੱਚ ਮੋਹ ਰੂਪੀ ਤੇਲ ਭਰਿਆ ਹੋਇਆ ਹੈ। ਸਰੀਰ ਦੀਵਾ ਹੈ, ਮੋਹ ਰੂਪੀ ਤੇਲ ਹੈ, ਮਾਇਆ ਦਾ ਮੋਹ ਚਿੰਬੜਿਆ ਹੋਇਆ ਜਿਹੜਾ ਨਾ ਇਹ ਤੇਲ ਹੈ। ਤੇ ਬਾਤੀ ਵਿਸ਼ਿਆਨ ਬਾਸਨਾ, ਜਿਹੜੀ ਸਾਧ ਸੰਗਤ ਜੀ ਵਿਸ਼ਿਆਂ ਵਕਾਰਾਂ ਦੀ ਵਾਸ਼ਨਾ ਹੈ, ਇਹ ਬੱਤੀ ਲੱਗੀ ਹੋਈ ਹੈ ਵਿੱਚ, ਜਿਹੜੀ ਰੂੰ ਦੀ ਵੱਟ ਕੇ ਲਾਈ ਦੀ ਹੈ। ਤੇ ਪਰ ਗਿਆਨ ਅਗਨ ਤੇ ਦੂਰ, ਗਿਆਨ ਰੂਪੀ ਅਗਨੀ ਤੋਂ ਦੂਰ ਵੈ। ਤੇ ਦੱਸੋ ਦੀਵਾ ਹੋਵੇ, ਤੇਲ ਪਾਇਆ ਹੋਵੇ, ਵੱਟੀ ਲੱਗੀ ਹੋਵੇ, ਤੇ ਜੇ ਉਹਨੂੰ ਅਗਨ ਹੀ ਨਹੀਂ ਪ੍ਰਾਪਤ ਹੋਈ ਤੇ ਕਿਵੇਂ ਰੌਸ਼ਨੀ ਕਰ ਦੇਗਾ? ਰੌਸ਼ਨੀ ਨਹੀਂ ਫਿਰ ਕਰ ਸਕਦਾ। ਮਹਾਰਾਜ ਜੀ ਨੇ ਉੱਥੇ ਪਾਂਧਾ ਜੀ ਨੂੰ ਉਪਦੇਸ਼ ਦਿੱਤਾ ਕਿ ਪਾਂਧਾ ਜੀ ਦੇਹ ਦੀਵਟੀ ਕੇ ਵਿਖੈ ਨੇਹ ਮੋਹ ਭਰਪੂਰ, ਬਾਤੀ ਵਿਸ਼ਿਆਨ ਬਾਸਨਾ ਗਿਆਨ ਅਗਨ ਤੇ ਦੂਰ, ਗਿਆਨ ਅਗਨ ਜਬ ਜਾਰੋ ਪਾਧਾ। ਮਹਾਰਾਜ ਜੀ ਨੇ ਫਿਰ ਇਹ ਸ਼ਬਦ ਕਹੇ ਕਿ ਪਾਂਧਾ ਜੀ ਜਦੋਂ ਗਿਆਨ ਦੀ ਅਗਨੀ ਨੂੰ ਗੁਰੂ ਜੀ ਦੇ ਦੁਆਰਾ ਪ੍ਰਚੰਡ ਕਰੀਦਾ ਹੈ ਨਾ, ਕਿਉਂਕਿ ਅਗਿਆਨ ਲਾਏ ਸਵਾਲਿਆ ਗੁਰ ਗਿਆਨਹਿ ਲਾਏ ਜਗਾਵੈ ਗੋ। ਸਾਰਿਆਂ ਨੂੰ ਮੋਹ ਦੀ ਨੀਂਦ ਵਿੱਚ, ਅਗਿਆਨਤਾ ਵਿੱਚ ਸੁਆ ਦਿੱਤਾ ਹੈ ਪਰਮੇਸ਼ਰ ਨੇ, ਪਰ ਗੁਰੂ ਸਾਹਿਬ ਜੀ ਆਪਣਾ ਗਿਆਨ ਦੇ ਕਰਕੇ ਨਾ ਸੁੱਤਿਆਂ ਪਿਆਂ ਨੂੰ ਜਗਾ ਦਿੰਦੇ ਆ। ਤੇ ਮਹਾਰਾਜ ਕਹਿੰਦੇ ਗਿਆਨ ਅਗਨ ਜਬ ਜਾ ਰਹੋ ਪਾਧਾ, ਸਰਦਾ ਧਰ ਕਾਜਰ ਬਰ ਭਾਵਹੁ। ਜਦੋਂ ਸਾਧ ਸੰਗਤ ਜੀ ਗਿਆਨ ਵਾਹਿਗੁਰੂ ਜਿਹੜੀ ਅੱਗ ਹੈ ਦੀਵੇ ਨੂੰ ਦਿਖਾਈਏ ਤੇ ਵੱਟੀ ਬਲ ਪੈਂਦੀ ਹੈ। ਕੀ ਹੁੰਦਾ? ਹੌਲੀ ਹੌਲੀ ਉਹ ਅੱਗ ਜਿਹੜੀ ਬਲਦੀ ਹੋਈ ਵੱਟੀ ਨੂੰ ਵੀ ਸਾੜ ਦਿੰਦੀ ਹੈ ਤੇ ਤੇਲ ਅੰਦਰ ਜਿਹੜਾ ਹੁੰਦਾ ਹੈ ਦੀਵੇ ਦੇ, ਸਾਰਾ ਤੇਲ ਵੀ ਸਾੜ ਦਿੰਦੀ ਹੈ। ਅੱਗ ਦੇ ਜ਼ੋਰ ਨਾਲ ਤੇਲ ਵੀ ਸੜ ਜਾਂਦਾ ਹੈ, ਬੱਤੀ ਵੀ ਸੜ ਜਾਂਦੀ ਹੈ। ਫਿਰ ਦੀਵੇ ਵਿੱਚ ਕੀ ਰਹਿ ਜਾਂਦਾ ਹੈ? ਉਹ ਕਾਲਖ ਜੀ ਰਹਿ ਜਾਂਦੀ ਹੈ ਕੇਵਲ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਸ ਸਰੀਰ ਰੂਪੀ ਦੀਵੇ ਨੂੰ ਗਿਆਨ ਰੂਪੀ ਅੱਗ ਲਾਵਾਂਗੇ ਨਾ, ਗੁਰੂ ਜੀ ਦੇ ਗਿਆਨ ਨਾਲ ਪ੍ਰਚੰਡ ਕਰਾਂਗੇ, ਉੱਥੇ ਤੇ ਕਾਲਖ ਰਹਿ ਜਾਂਦੀ ਹੈ। ਸਰੀਰ ਰੂਪੀ ਦੀਵੇ ਦੇ ਅੰਦਰ ਸ਼ਰਧਾ ਧਰ ਕਾਜਰ ਬਰ ਭਾਵਹੁ, ਸ਼ਰਧਾ ਰੂਪੀ ਕੱਜਲ ਰਹਿ ਜਾਵੇਗੀ, ਭਾਵ ਸ਼ਰਧਾ ਰਹਿ ਜਾਵੇਗੀ ਅੰਦਰ ਕੇਵਲ। ਤੇ ਫਿਰ ਇਹਦੀ ਮਹਾਰਾਜ ਕਹਿੰਦੇ ਸਿਆਹੀ ਬਣਾਉਣੀ ਹੈ, ਤੇ ਸਿਆਹੀ ਨੂੰ ਘਸਾਇਆ ਜਾਂਦਾ ਹੈ, ਉਸ ਕੱਜਲ ਨੂੰ ਘਸਾਇਆ ਜਾਂਦਾ। ਫਿਰ ਜੇ ਉਹਦੀ ਸਿਆਹੀ ਬਣਾਉਣੀ ਹੈ ਤੇ ਅਹੰ ਤਜ ਤਜਨਾ ਘਸਨ ਘਸਾਵਹੁ, ਜਿਹੜਾ ਹੰਕਾਰ ਨੂੰ ਪੁਨः ਪੁਨः ਛੱਡਣਾ ਨਾ, ਇਹਦਾ ਮਹਾਰਾਜ ਕਹਿੰਦੇ ਭਾਈ ਘਸਾਉਣਾ ਹੈ। ਤੇ ਜਦੋਂ ਫਿਰ ਉਹ ਸਿਆਹੀ ਪ੍ਰਾਪਤ ਹੋ ਜਾਂਦੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਸ਼ਬਦ ਦੇ ਅੰਦਰ ਇਹ ਕਿਹਾ ਸੀ, ਜਾਲ ਮੋਹ ਘਸ ਬਸ ਕਰ,
ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ, ਤਿੱਥੈ ਹੋਏ ਸੱਚਾ ਨਿਸ਼ਾਨ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੇ ਲਿਖਣਾ ਤੇ ਫਿਰ ਇਹ ਲੇਖਾ ਲਿਖਣਾ ਚਾਹੀਦਾ ਹੈ। ਭਾਉ ਕਲਮ ਕਰ, ਪ੍ਰੇਮ ਦੀ ਕਲਮ ਬਣਾ ਕਰਕੇ, ਚਿੱਤ ਨੂੰ ਲਿਖਾਰੀ ਲਾ ਕਰਕੇ। ਮਹਾਰਾਜ ਕਹਿੰਦੇ ਕੀ ਲਿਖਣਾ? ਲਿਖ ਨਾਮ ਸਾਲਾਹਾ ਲਿਖ, ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਵਾਹਿਗੁਰੂ ਦਾ ਨਾਮ ਲਿਖ, ਉਹਦੀ ਸਿਫਤ ਸਲਾਹ ਲਿਖ। ਲਿਖ ਅੰਤ ਨਾ ਪਾਰਾਵਾਰ, ਜਿਹਦਾ ਅੰਤ ਨਹੀਂ ਪਾਰਾਵਾਰ ਨਹੀਂ ਆਉਂਦਾ, ਉਸ ਪਰਮੇਸ਼ਰ ਦਾ ਜਸ ਆਪਣੇ ਹਿਰਦੇ ਰੂਪੀ ਕਾਗਜ਼ ਦੇ ਉੱਤੇ ਲਿਖ। ਜਦੋਂ ਮਹਾਰਾਜ ਕਹਿੰਦੇ ਭਾਈ ਇਹ ਲਿਖਿਆ ਨਾ ਤੇ ਸਾਰਾ ਮਾਇਆ ਦਾ ਮੋਹ ਜਿਹੜਾ ਉਹ ਜਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤ ਨਿਰੰਕਾਰ ਦੇ ਅੰਦਰ ਲੱਗ ਜਾਂਦਾ ਹੈ, ਹਿਰਦੇ ਦੇ ਅੰਦਰ ਨਾਮ ਹੀ ਲਿਖਿਆ ਜਾਂਦਾ, ਫਿਰ ਨਾਮ ਹੀ ਉਕਰ ਜਾਂਦਾ ਹੈ। ਤੇ ਇਹ ਨਿਸ਼ਾਨ ਦੀ ਤਰ੍ਹਾਂ ਸਾਧ ਸੰਗਤ ਜੀ ਪਹਿਚਾਨ ਜਿਹੜਾ ਪੱਤਰ ਵੈ ਇਹ ਕੋਲ ਆ ਜਾਂਦਾ ਫਿਰ ਨਾਮ ਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਨਾਲ ਭਾਈ ਉਹਨਾਂ ਦਾ ਫਿਰ ਚਿੱਤ ਜਿਹੜਾ ਇੱਕ ਇਕਾਗਰਤਾ ਸਹਿਤ ਲੱਗ ਜਾਂਦਾ ਏ। ਹਰ ਦਰ ਮਹਲੇ ਸ਼ੋਭਾ ਪਾਵਣਿਆ। ਜੋ ਹਰੀ ਦਾ ਦਰ ਵੈ ਨਾ ਮਹਾਰਾਜ ਕਹਿੰਦੇ ਕਿਹੜਾ ਮਹਿਲ ਜਿਹੜਾ ਸੱਚਖੰਡ ਵੈ ਉਹਦੇ ਮਹਾਰਾਜ ਕਹਿੰਦੇ ਭਾਈ ਦਰ ਦੇ ਅੰਦਰ ਪਹੁੰਚ ਕਰਕੇ ਉਹ ਸ਼ੋਭਾ ਪਾਉਂਦੇ ਐ, ਬੜੇ ਹੀ ਸੋਹਣੇ ਫੱਬਦੇ ਐ ਵਾਹਿਗੁਰੂ ਦੇ ਦਰ ਸਤ ਸੰਗਤ ਦੇ ਅੰਦਰ। ਜਿਹੜਾ ਮਹਾਰਾਜ ਦਾ ਮਹਿਲ ਵੈ ਸੱਚਖੰਡ ਆਪਣੇ ਰਹਿਣ ਵਾਲਾ ਥਾਂ, ਮਹਾਰਾਜ ਕਹਿੰਦੇ ਉੱਥੇ ਭਾਈ ਉਹ ਸ਼ੋਭਾ ਪਾਵਣਿਆ ਸ਼ੋਭਾ ਪਾਉਂਦੇ ਐ, ਸਰੂਪ ਰੂਪੀ ਮਹਿਲ ਨੂੰ ਪ੍ਰਾਪਤ ਕਰਕੇ ਸ਼ੋਭਾ ਪਾਉਂਦੇ ਹਨ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਦੇਵੇ ਦੇਵਾ ਮੂਲ ਹੈ ਮਾਇਆ। ਹਜੂਰ ਕਹਿੰਦੇ ਨੇ ਜਿਹੜੀ 33 ਕਰੋੜ ਦੇਵੀ ਦੇਵਤੇ ਆ ਨਾ ਇਹਨਾਂ ਦਾ ਮੂਲ ਮੁੱਢ ਵੀ ਮਹਾਰਾਜ ਕਹਿੰਦੇ ਮਾਇਆ ਹੀ ਹੈ। ਜੇ ਭਾਈ ਵੇਖੀਏ ਤੇ ਸ਼ਿਵਾਮੀ ਤਮੋ ਗੁਣੀ ਦੇਵਤਾ ਹੈ, ਗੁੱਸੇ ਵਿੱਚ ਆ ਕਰਕੇ ਆਪਦੇ ਹੀ ਪੁੱਤ ਦਾ ਸਿਰ ਵੱਢ ਦਿੱਤਾ ਸੀਗਾ, ਮੁੜ ਕੇ ਹਾਥੀ ਦਾ ਮੂੰਹ ਲਾਇਆ ਸੀ। ਇਸ ਤਰ੍ਹਾਂ ਫਿਰ ਜੋ ਬ੍ਰਹਮਾ ਵੇਖੋ ਇਹ ਸਾਧ ਸੰਗਤ ਜੀ ਰਜੋਗੁਣੀ ਪ੍ਰਧਾਨ ਦੇਵਤਾ ਹੈ। ਇਹਨੂੰ ਮਾਣ ਫੁਰਦਾ ਰਹਿੰਦਾ ਹੈ ਕਿ ਮੈਂ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਹੋਰ ਕੋਈ ਹੈ ਨਹੀਂ। ਮਹਾਰਾਜ ਨੇ ਕਿਹਾ ਸੀ ਬ੍ਰਹਮਾ ਹੰਕਾਰ ਨਾ ਕਰ, ਤੈਨੂੰ ਪੈਦਾ ਕਰਨ ਵਾਲੀ ਸ਼ਕਤੀ ਕੋਈ ਹੋਰ ਹੈ। ਤੇ ਕਹਿੰਦਾ ਮੈਂ ਆਪ ਖੁਦ ਬ੍ਰਹਮ ਸਰੂਪ ਹਾਂ। ਫਿਰ ਕਹਿੰਦੇ ਵੇਖ ਇਸ ਨਲਕੀ ਚੋਂ ਤੇਰਾ ਜਨਮ ਹੋਇਆ ਤੇ ਕਹਿੰਦੇ ਉਸ ਨਲਕੀ ਨੂੰ ਲੱਤ ਮਾਰੀ ਸੀਗੀ ਉਸਨੇ ਗੁੱਸੇ 'ਚ ਆ ਕੇ, ਤੇ ਫਿਰ ਸਾਧ ਸੰਗਤ ਜੀ 18 ਯੁੱਗ ਥੱਲੇ ਨੂੰ ਲਟਕਦਾ ਗਿਆ ਸੀ। ਤੇ ਫਿਰ ਬੇਨਤੀਆਂ ਕੀਤੀਆਂ ਮਹਾਰਾਜ ਮੈਥੋਂ ਭੁੱਲ ਹੋਈ, ਤੇ ਫਿਰ ਉਨੇ ਹੀ ਯੁੱਗ ਉਹਨੂੰ ਤਾਂ ਆਉਣ ਲੱਗਿਆਂ ਲੱਗੇ ਸੀਗੇ ਜਿਸ ਨਲਕੀ ਦਾ ਅੰਤ ਨਹੀਂ ਪਾਰਾਵਾਰ ਨਹੀਂ ਜਾਣ ਸਕਿਆ ਸੀਗਾ ਬ੍ਰਹਮਾ। ਫਿਰ ਵੀ ਕਿਰਪਾ ਹੀ ਕੀਤੀ ਕਿਉਂਕਿ ਥੱਲੇ ਨੂੰ ਛੇਤੀ ਜਾਂਦਾ, ਉੱਪਰ ਨੂੰ ਦੇਰ ਨਾਲ ਆਉਂਦਾ ਹੈ। ਮਹਾਰਾਜ ਜਿੰਨੀ ਟਾਈਮ 'ਚ ਥੱਲੇ ਲਟਕਦਾ ਗਿਆ ਸੀ ਉਨੇ ਸਮੇਂ 'ਚ ਬਾਹਰ ਕੱਢ ਲਿਆ ਸੀ। ਉਹ 36 ਯੁੱਗ ਗੁਬਾਰ ਹੀ ਰਿਹਾ ਸੀਗਾ। ਤੇ ਫਿਰ ਇਸ ਨੂੰ ਧਰਤੀ ਦੇ ਵਾਹਿਗੁਰੂ ਜੀਵਾਂ ਦੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਮਹਾਰਾਜ ਪਾਈ ਹੈ, ਪਰ ਮਾਇਆ ਕਰਕੇ ਹੈ ਨਾ, ਮੂਲ ਮਾਇਆ ਹੀ ਹੈ ਕਿਉਂਕਿ ਰਜੋਗੁਣੀ ਪ੍ਰਧਾਨ ਦੇਵਤਾ ਹੈ। ਆਪਣੀ ਪੁੱਤਰੀ ਤੇ ਹੀ ਮੋਹਿਤ ਹੋ ਜਾਣਾ ਮੂਲ ਮਾਇਆ ਹੈ। ਇਸ ਕਰਕੇ ਤੋ ਵਿਸ਼ਨੂੰ ਸਤੋਗੁਣੀ ਪ੍ਰਧਾਨ ਦੇਵਤਾ ਹੈ। ਤੋ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਜਿਹੜੇ ਦੇਵੀ ਦੇਵਤੇ ਆ ਨਾ 33 ਕਰੋੜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹਨਾਂ ਦਾ ਵੀ ਮੂਲ ਭਾਈ ਮਾਇਆ ਹੀ ਹੈ। ਇੰਦਰ ਵਰਗੇ ਜਦੋਂ ਰਾਜ ਖੋਹ ਲੈਂਦੇ ਆ ਦੈਂਤ, ਫਿਰ ਆ ਕਰਕੇ ਦੇਵੀ ਦੀ ਸ਼ਾਮ ਤੱਕਦੇ ਆ ਕਿ ਮੇਰਾ ਰਾਜ ਖੋਹ ਲਿਆ। ਮਾਇਆ ਹੀ ਹੈ ਨਾ ਰਾਜ ਵੀ, ਕਿ ਰਾਜ ਦੀ ਪ੍ਰਾਪਤੀ ਦੀ ਇੱਛਾ, ਮੈਨੂੰ ਰਾਜ ਪ੍ਰਾਪਤ ਰਹੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹਨਾਂ ਦਾ ਮੂਲ ਮੁੱਢ ਵੀ ਮਾਇਆ ਹੀ ਹੈ। ਮਾਇਆ ਤੋਂ ਹੀ ਇਹਨਾਂ ਦੇਵੀ ਦੇਵਤਿਆਂ ਦੀ ਉਤਪਤੀ ਹੈ। ਸਿਮਰਤ ਸਾਸਤ ਜਿਨ ਉਪਾਇਆ। ਜਿਨ੍ਹਾਂ ਰਿਖੀਆਂ ਮੁਨੀਆਂ ਨੇ ਸਿਮਰਤੀਆਂ ਬਣਾਈਆਂ, ਸ਼ਾਸਤਰ ਜਿਹੜੇ ਬਣਾਏ ਹਨ, ਇਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮਾਇਆ ਦੇ ਵਿੱਚ ਹੀ ਲੱਗੇ ਹੋਏ ਹੈ। ਵੇਖ ਲਓ ਹੋਰਨਾਂ ਨੂੰ ਰਾਹ ਵਿਖਾਉਣ ਲਈ ਸਿਮਰਤੀਆਂ ਬਣਾ ਦਿੱਤੀਆਂ, ਸ਼ਾਸਤਰ ਬਣਾ ਦਿੱਤੇ, ਤੇ ਪਰ ਆਪ ਮਹਾਰਾਜ ਕਹਿੰਦੇ ਭਾਈ ਮਾਇਆ ਦੇ ਅੰਦਰ ਪਏ ਹੋਏ ਹੈ।
ਦੁਰਵਾਸ਼ਾ ਰਿਖੀ ਨੇ ਗੁੱਸੇ 'ਚ ਆ ਕਰਕੇ ਯਾਦਵਾਂ ਦੀ ਕੁੱਲ ਨੂੰ ਹੀ ਸ਼ਰਾਪ ਦੇ ਛੱਡਿਆ ਸੀਗਾ। ਇਸ ਤਰ੍ਹਾਂ ਦੀ ਹਾਲਤ ਹੈ। ਫਿਰ ਸਾਧ ਸੰਗਤ ਜੀ ਇਸ ਤਰ੍ਹਾਂ ਮੋਹ ਵਿੱਚ ਤੇ ਮਹਾਰਾਜ ਅੱਗੇ ਦੱਸਦੇ ਹਨ, ਕਾਮ ਕ੍ਰੋਧ ਪਸਰਿਆ ਸੰਸਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਰੇ ਸੰਸਾਰ ਵਿੱਚ ਹੀ ਕਾਮ ਅਤੇ ਕ੍ਰੋਧ ਜਿਹੜਾ ਨਾ ਉਹ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ। ਦੇਵੀ ਦੇਵਤੇ ਨਹੀਂ ਬਚੇ ਤੇ ਮਹਾਰਾਜ ਕਹਿੰਦੇ ਭਾਈ ਕੋਈ ਜੀਵ ਕਿਵੇਂ ਬਚ ਸਕਦਾ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਤਾਈਂ ਇਉਂ ਪੁੱਛਦੇ ਆ ਕਿ ਭਾਈ ਐਸਾ ਕਿਹੜਾ ਸੂਰਬੀਰ ਹੈ। ਇਹ ਕਾਮ ਦੀ ਜਿਹੜੀ ਵਾਸ਼ਨਾ ਹੈ, ਮਹਾਰਾਜ ਕਹਿੰਦੇ ਭਾਈ ਇਹ ਤਾਂ ਦੇਵੀ ਦੇਵਤਿਆਂ ਨੂੰ ਨਹੀਂ ਛੱਡਦੀ ਹੈ। ਇੰਦਰ ਵੇਖ ਲਓ, ਉਹਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਜਿਹੜੀ ਕਥਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਹੀ ਹੈ। ਉਹਦਾ ਵਿਸਥਾਰ ਮਹਾਰਾਜ ਸ੍ਰੀ ਦਸਮ ਗ੍ਰੰਥ 'ਚ ਵੀ ਕਰਕੇ ਦੱਸਿਆ ਹੈ ਕਿ ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਇੰਦਰ ਉਹਨੂੰ ਵੇਖ ਕੇ ਲੁਭਾਏਮਾਨ ਹੋ ਗਿਆ ਤੇ ਆਪਣੀਆਂ ਕਿੰਨੀਆਂ ਸੋਹਣੀਆਂ ਅਪਛਰਾਵਾਂ ਨੇ, ਪਰ ਫਿਰ ਵੀ ਜਿਹੜਾ ਹੈ ਉਹਦੇ ਵਿੱਚ ਮੋਹਿਤ ਹੋ ਗਿਆ। ਫਿਰ ਕਹਿੰਦੇ ਜਿਹੜਾ ਵਿਸ਼ਵਾਮਿੱਤਰ ਸੀ ਨਾ, ਇਹਨੇ 10,000 ਵਰਾ ਤਪ ਕੀਤਾ ਸੀ। 10,000 ਵਰਾ ਤਪ। ਹੋਰ ਤਾਂ ਕਿਸੇ ਹੁਣ ਮਨੁੱਖ ਨੇ ਕਲਯੁਗ ਦੇ ਅੰਦਰ ਉਮਰ ਹੀ ਇੰਨੀ ਹੈ ਨਹੀਂ, ਤੇ ਉਹਨੇ 10,000 ਵਰਾ ਤਪ ਕੀਤਾ। ਇੰਦਰ ਡਰ ਗਿਆ, ਕਹਿੰਦਾ ਇਹਨੇ ਇੰਦਰ ਪਦਵੀ ਪ੍ਰਾਪਤ ਕਰਨੀ ਹੈ ਤੇ ਜਿਹੜੀ ਉਗਰਵਸੀ ਹੈ ਉਹਨੂੰ ਕਹਿੰਦਾ ਹੈ ਕਿ ਜਾ ਇਹਦਾ ਤਪ ਜਾ ਕੇ ਭੰਗ ਕਰ। ਉਹ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਆਉਂਦਾ ਸੀ ਨਾ ਵਿਸ਼ਵਾਮਿੱਤਰ, ਤੇ ਉੱਥੇ ਇਸ਼ਨਾਨ ਕਰਨ ਲੱਗ ਗਈ। ਜਦੋਂ ਇਸ਼ਨਾਨ ਕਰਦੀ ਨੂੰ ਵੇਖ ਕਰਕੇ ਚਿੱਤ ਜਿਹੜਾ ਸੀ ਨਾ ਉਹਦਾ ਸਥਿਰ ਨਾ ਰਿਹਾ, ਵਾਸ਼ਨਾ ਵਿੱਚ ਡੋਲ ਗਿਆ ਸੀ ਤੇ ਉਹਦੇ ਤੋਂ ਇੱਕ ਲੜਕੀ ਪੈਦਾ ਫਿਰ ਇਹਨੇ ਕੀਤੀ ਸੀਗੀ। ਤੇ ਸਾਧ ਸੰਗਤ ਜੀ 10,000 ਵਰਾ ਤਪ ਕਰਕੇ ਵੀ ਡੋਲ ਗਿਆ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਾਮ ਕ੍ਰੋਧ ਪਸਰਿਆ ਸੰਸਾਰੇ। ਸਾਰੇ ਸੰਸਾਰ ਦੇ ਅੰਦਰ ਇਹ ਕਾਮ ਤੇ ਕ੍ਰੋਧ ਪਸਰਿਆ ਹੋਇਆ ਹੈ। ਮਹਾਰਾਜ ਕਹਿੰਦੇ ਭਾਈ ਸਿਮਰਤੀਆਂ ਬਣਾਉਣ ਵਾਲੇ, ਸ਼ਾਸਤਰ ਬਣਾਉਣ ਵਾਲੇ ਜਿਹੜੇ ਆ ਨਾ, ਜਿਨ੍ਹਾਂ ਨੇ ਉਪਾਏ ਆ ਪੈਦਾ ਕੀਤੇ ਆ ਗ੍ਰੰਥ, ਉਹ ਵੀ ਮਹਾਰਾਜ ਕਹਿੰਦੇ ਭਾਈ ਡੋਲ ਗਏ ਮਾਇਆ ਦੇ ਮੋਹ ਦੇ ਅੰਦਰ। ਵੱਡੇ ਵੱਡੇ ਰਿਖੀਆਂ ਨੂੰ ਕ੍ਰੋਧ ਨੇ ਤੰਗ ਕੀਤਾ, ਮੋਹ ਨੇ ਤੰਗ ਕੀਤਾ, ਤੇ ਇਸ ਪ੍ਰਕਾਰ ਕਾਮ ਨੇ, ਵਾਸ਼ਨਾ ਨੇ ਤੰਗ ਕੀਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਸੰਸਾਰ ਦੇ ਅੰਦਰ ਇਹ ਪਸਰਿਆ ਹੋਇਆ ਹੈ, ਫੈਲਿਆ ਹੋਇਆ ਹੈ। ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਮਹਾਰਾਜ ਕਹਿੰਦੇ ਨੇ ਕਿ ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਸ। ਕੀ ਜੋਗੀ ਕੀ ਜੰਗਮ ਵੇਖ ਲਓ, ਉਹ ਬ੍ਰਹਮਚਰਜ ਰੱਖਣ ਲਈ ਪਤਾ ਕੀ ਕਰਦੇ ਐ। ਇੱਕ ਫਿਰਕਾ ਵੈ, ਇੱਕ ਪੰਥ ਹੈ ਉਹਨਾਂ ਦਾ, ਉਹ ਲੰਗੋਟ ਨੂੰ ਸੰਗਲ ਤੇ ਤਾਲੇ ਮਾਰ ਕੇ ਰੱਖਦੇ ਆ। ਅਸੀਂ ਜੀ ਜੱਤ ਰੱਖਿਆ ਹੋਇਆ। ਤੇ ਸਾਧ ਸੰਗਤ ਜੀ ਜਿੰਨਾ ਚਿਰ ਮਨ ਨਹੀਂ ਵਸ ਆਇਆ ਉਹ ਸੰਗਲ ਨਹੀਂ ਟੁੱਟਦੇ, ਤਾਲੇ ਨਹੀਂ ਖੁੱਲਦੇ। ਜਦੋਂ ਮਨ ਹੀ ਨਹੀਂ ਵਸ ਆਇਆ ਅੰਦਰੋਂ, ਤੇ ਬੜੇ ਬੜੇ ਜੋਗੀ ਜੰਗਮ ਜਿਹੜੇ ਆ ਉਹ ਸਾਧ ਸੰਗਤ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਜੋਗੀ ਜੰਗਮ ਅਰ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਸ। ਸਾਰਿਆਂ ਦੇ ਉੱਤੇ ਫਾਹੀ ਕਾਮ ਤੇ ਕ੍ਰੋਧ ਦੀ ਵਾਹਿਗੁਰੂ ਨੇ ਪਾਈ ਹੋਈ ਹੈ। ਛੁੱਟਦਾ ਕੌਣ ਹੈ ਇਸ ਫਾਹੀ ਤੋਂ? ਜਿਹੜਾ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ ਨਾ। ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਧਿਆਨ ਵਿੱਚ ਚਿੰਤਨ ਕਰਦਾ ਹੈ, ਪੂਰੇ ਗੁਰੂ ਜੀ ਤੋਂ ਨਾਮ ਦਾ ਪ੍ਰਸਾਦ ਲੈ ਕਰਕੇ ਨਾਮ ਨੂੰ ਪੁਨः ਪੁਨः ਚੇਤੇ ਕਰਦਾ ਹੋਇਆ ਕਦੇ ਮਾਣ ਨਹੀਂ ਕਰਦਾ। ਕਿਉਂਕਿ ਜਿਸ ਨੇ ਕਿਹਾ ਨਾ ਮੈਂ ਕਾਮ ਜਿੱਤ ਲਿਆ, ਉਹਦੀਆਂ ਵੀ ਬੜੀਆਂ ਕਲਾਬਾਜ਼ੀਆਂ ਲੱਗੀਆਂ। ਇਹਦੇ ਤੋਂ ਤਾਂ ਦੇਵੀ ਦੇਵਤੇ ਡਰਦੇ ਆ। ਨਾਰਦ ਨੇ ਕਿਹਾ ਸੀ ਨਾ ਮੈਂ ਕਾਮ ਜਿੱਤ ਲਿਆ ਹੈ, ਤੇ ਜਾ ਕਰਕੇ ਕਹਿੰਦਾ ਬ੍ਰਹਮਾ ਜੀ ਨੂੰ ਕਿ ਪਿਤਾ ਜੀ ਮੈਂ ਕਾਮ ਜਿੱਤ ਲਿਆ। ਤੇ ਬ੍ਰਹਮਾ ਕਹਿਣ ਲੱਗਾ ਪੁੱਤਰ ਨਾਰਦ ਬੜੀ ਚੰਗੀ ਗੱਲ ਹੈ, ਪਰ ਤੂੰ ਐਂ ਕਰੀ ਜਾ ਕੇ ਹੁਣ ਸ਼ਿਵਾ ਨੂੰ ਨਾ ਦੱਸੀ। ਕਹਿੰਦਾ ਲੈ ਵੇਖੋ ਮੇਰਾ ਪਿਓ ਹੈ ਤੇ ਇਹ ਮੇਰੀ ਵਡਿਆਈ ਨਹੀਂ ਜਿਹੜਾ ਹੈ ਸਹਾਰ ਸਕਦਾ, ਮੈਂ ਕਿਉਂ ਨਾ ਦੱਸਾਂ, ਜ਼ਰੂਰ ਦੱਸੂਗਾ। ਸ਼ਿਵਾ ਨੂੰ ਦੱਸਿਆ। ਸ਼ਿਵਾ ਕਹਿੰਦੇ ਬੜੀ ਚੰਗੀ ਗੱਲ ਨਾਰਦ ਤੂੰ ਬੜਾ ਧੰਨ ਹੈ, ਪਰ ਐਂ ਕਰੀ ਵਿਸ਼ਨੂੰ ਨੂੰ ਨਾ ਦੱਸੀ। ਕਹਿਣ ਲੱਗਾ ਲੈ ਵੇਖੋ ਸ਼ਿਵ ਜੀ ਵੀ ਈਰਖਾ ਕਰਦਾ ਮੇਰੇ ਨਾਲ, ਰੋਜ਼ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ ਬਕੁੰਠ ਵਿੱਚ, ਦੱਸਾਂ ਕਿਉਂ ਨਾ।
ਜਾ ਦੱਸਿਆ ਫਿਰ ਵਿਸ਼ਨੂੰ ਜੀ ਨੂੰ ਵੀ, ਕਹਿੰਦਾ ਮਹਾਰਾਜ ਮੈਂ ਕਾਮ ਜਿੱਤ ਲਿਆ। ਮੱਥਾ ਟੇਕਿਆ ਵਿਸ਼ਨੂੰ ਜੀ ਨੇ ਉੱਠ ਕੇ, ਕਹਿੰਦੇ ਨਾਰਦ ਤੂੰ ਤੇ ਧੰਨ ਮੈਂ, ਬੜੀ ਤੇਰੀ ਮਹਾਨਤਾ ਹੈ। ਤੇ ਕੁਝ ਚਿਰ ਬੈਠਿਆ, ਤੁਰ ਚੱਲਿਆ। ਵਿਸ਼ਨੂੰ ਜੀ ਕਹਿੰਦੇ ਪਰਖੀਏ ਤੇ ਸਹੀ ਭਲਾ ਇਹਨੇ ਕਾਮ ਜਿੱਤ ਲਿਆ ਭਲਾ। ਉਹਨਾਂ ਨੇ ਮਾਇਆ ਨਗਰੀ ਇੱਕ ਰਚ ਦਿੱਤੀ। ਮਾਇਆ ਨਗਰੀ ਰਚ ਕੇ ਉਥੇ ਰਾਜਾ ਜਿਹੜਾ ਸੀ ਬਣਾਤਾ, ਰਾਜੇ ਦੀ ਰਾਜਕੁਮਾਰੀ ਦਾ ਸਵੰਬਰ ਰਚ ਦਿੱਤਾ। ਤੇ ਬੜੀ ਸੋਹਣੀ ਨਗਰੀ ਦੀ ਰਚਨਾ ਵੇਖ ਕੇ ਨਾਰਦ ਜਾ ਵੜਿਆ। ਜਦੋਂ ਜਾ ਵੜਿਆ ਤੇ ਵੇਖਿਆ ਸਵੰਬਰ ਰਚਿਆ ਹੋਇਆ ਹੈ। ਤੇ ਸਾਧ ਸੰਗਤ ਜੀ ਉਦੋਂ ਰਾਜੇ ਨੇ ਫਿਰ, ਉਹ ਤਾਂ ਮਾਇਆ ਰਚੀ ਸੀ ਸਾਰੀ। ਰਾਜਾ ਕਹਿੰਦਾ ਮਹਾਰਾਜ ਮੇਰੀ ਰਾਜਕੁਮਾਰੀ ਦਾ ਸਵੰਬਰ ਹੈ ਤੇ ਤੁਸੀਂ ਸੰਤ ਲੋਕ ਹੋ ਤੇ ਕਿਰਪਾ ਕਰਕੇ ਦੱਸੋ ਇਹਦਾ ਵਰ ਜਿਹੜਾ ਉਹ ਕਿਹੋ ਜਿਹਾ ਹੋਊਗਾ ਤੇ ਇਹਦਾ ਹੱਥ ਵੇਖੋ ਦੱਸੋ ਮਹਾਰਾਜ। ਨਾਰਦ ਨੇ ਜਦੋਂ, ਉਹ ਬੜੀ ਸੁੰਦਰ ਬਣਾਈ ਸੀ ਰਾਜਕੁਮਾਰੀ, ਮਾਇਆ ਰਚੀ ਹੈ ਸਾਰੀ, ਬੜੀ ਸੁੰਦਰ ਬਣਾਈ ਰਾਜਕੁਮਾਰੀ, ਜਦੋਂ ਉਹਦਾ ਹੱਥ ਨਾਰਦ ਨੇ ਆਪਣੇ ਆਪ ਦੇ ਹੱਥਾਂ 'ਚ ਫੜਿਆ ਨਾ, ਉਸੇ ਵੇਲੇ ਸਪਰਸ਼ ਕਰਦਿਆਂ ਹੀ ਚਿੱਤ ਚਲਾਇਮਾਨ ਹੋ ਗਿਆ। ਜਿਹੜਾ ਕਹਿੰਦਾ ਸੀ ਮੈਂ ਕਾਮ ਜਿੱਤ ਲਿਆ ਹੈ। ਤੇ ਨਾਰਦ ਕਹਿੰਦਾ ਇਹਨੂੰ ਤਾਂ ਤ੍ਰਿਲੋਕੀ ਦੇ ਮਾਲਕ ਵਿਸ਼ਨੂੰ ਨੇ ਵਰਨਾ ਹੈ। ਇਸ ਤਰ੍ਹਾਂ ਕਹਿ ਕੇ ਨਾਰਦ ਨੇ ਦੱਸ ਕੇ ਨਾ ਤੇ ਆਪ ਸਿੱਧਾ ਵਿਸ਼ਨੂੰ ਕੋਲ ਆਇਆ। ਕਹਿੰਦਾ ਭਗਵਾਨ ਤੁਹਾਡਾ ਰੂਪ ਚਾਹੀਦਾ ਥੋੜੇ ਚਿਰ ਲਈ। ਕਹਿੰਦਾ ਨਾਰਦ ਉਹ ਕੀ ਕਰਨਾ ਹੈ? ਕਹਿੰਦਾ ਮਹਾਰਾਜ ਬਸ ਕੰਮ ਪੈ ਗਿਆ, ਮੈਨੂੰ ਹਰ ਦਾ ਰੂਪ ਚਾਹੀਦਾ। ਉਹ ਹਰ ਦੇ ਅਰਥ ਬੜੇ ਲਿਖੇ ਆ ਵਿਦਵਾਨਾਂ ਨੇ ਵੀ। ਹਰ ਦਾ ਅਰਥ ਸੱਪ ਵੀ ਹੁੰਦਾ ਹੈ, ਹਰ ਦਾ ਅਰਥ ਡੱਡੂ ਵੀ ਹੁੰਦਾ ਹੈ, ਹਰ ਦਾ ਅਰਥ ਵਿਸ਼ਨੂੰ ਵੀ ਹੈ, ਹਰ ਦਾ ਅਰਥ ਬਾਂਦਰ ਵੀ ਹੈ। ਕਹਿੰਦਾ ਮੈਨੂੰ ਹਰ ਦਾ ਰੂਪ ਚਾਹੀਦਾ। ਤੇ ਵਿਸ਼ਨੂੰ ਜੀ ਨੇ ਬਾਂਦਰ ਦਾ ਰੂਪ ਲਾਤਾ। ਫਿਰ ਨਾਰਦ ਨੂੰ ਮੂੰਹ ਬਾਂਦਰ ਦਾ ਲਾ ਛੱਡਿਆ। ਉਹ ਸਵੰਬਰ ਵਿੱਚ ਵਿਸ਼ਨੂੰ ਜੀ ਆਪ ਵੀ ਆ ਕੇ ਬੈਠੇ। ਜਦੋਂ ਵਰਮਾਲਾ, ਉਹ ਪਹਿਲਾ ਰਿਵਾਜ ਸੀਗਾ ਤੇ ਵਰਮਾਲਾ ਜਿਹੜੀ ਸੀ ਉਹ ਪਾਉਣੀ ਸੀ, ਜਿਹਦੇ ਗਲ 'ਚ ਪਾਤੀ ਉਹ ਪਤੀ ਹੁੰਦਾ। ਫਿਰ ਉਹ ਵਰਮਾਲਾ ਲੈ ਕੇ ਜਦੋਂ ਰਾਜਿਆਂ ਦੀ ਸਭਾ ਵਿੱਚ ਲੱਗੀ ਲੰਘਣ ਤੇ ਨਾਰਦ ਨੂੰ ਲੰਘ ਹੀ ਗਈ। ਨਾਰਦ ਨੇ ਫਿਰ ਸੋਚਿਆ ਕਿ ਭੁਲੇਖਾ ਲੱਗ ਗਿਆ ਜਾਪਦਾ ਇਹਨੂੰ। ਫਿਰ ਅੱਗੇ ਹੋ ਕਰਕੇ ਖਲੋ ਗਿਆ। शिव जी दे गण मगर मखौल करते फिरन, मूँह नहीं मेहंदा अपना, तू बार बार अगे हो खलोना। वो फिर लंघ गई माला लैके। फिर नारद सोचता इन्हें अजे भी वेख्या नहीं, फिर जाके अगे कतार च खलो गया। उन्हें फिर लंघ गई। शिव जी दे गण फिर उन्होंने टिचरा करना, मूँह वेख अपना जाके तू की करदा पिया। वो विष्णु जी बैठे सी, उन्हां दे गल विच उस वरमाला पाती। जदों शिवां दे गणां ते कहण तो जाके पानी विच नारद ने आप दा मूँह वेख्या ना, बड़ा दुखी होया। कहंदा ओहो ये तो बांदर दा मूँह ला छड्या मैनू। फिर विष्णु नूं कहंदे श्राप दिता, कहंदा जा तू ही एक इस्त्री करके मैनू तंग कीता ही ना, जा तुम ही जा करके इस्त्री दे विजोग दे अंदर जा करके बड़ा धरती ते विरलाप करेंगा, तरसेंगा। तो वो साध संगत जी श्री रामचंद्र जी का अवतार होया सी। नारद ने श्राप दिता सीगा, ये जिक्र आउंदे आ। ते नारद एडा वड्डा देवता होण करके जिहड़ा कहंदे हर वेले कीर्तन करदा रहिंदा है, ते ओने जिहड़ा सी ना हथ खड़ा करके कहता सी मैं काम जित लिया है। ते हाथ हालत वेख लो फिर की होई सीगी। तो इस तरह महाराज सच्चे पातशाह धन गुरु अमरदास साहब जी कहते हैं कि भाई काम ते क्रोध इहदा कदे मान नहीं करना चाहिए। गुरसिख कदे मान नहीं करते कि मैं जितया होया है। गुरसिख तां हथ जोड़ के कहते महाराज तुसां फतेह पवाई है। महाराज शब्द का प्यार इन्ना ला देंदे कि उन्हां दे अंदर फिर ये फुरने नहीं आउंदे हन। महाराज की कृपा इन्नी वरत जाती है, ठंड पै जाती, अंदर शांति आ जाती, क्रोध आउंदा ही नहीं है। महाराज कहते भाई सारे संसार च ही फसरिया होया है, देवी देवतियां विच भी ते जियां विच भी दैंतां विच भी काम ते क्रोध फैलिया है। आए जाए दुख पावणिया, इस काम करके ते क्रोध करके महाराज कहते जीव आउंदे है ते संसार विचों मर के जांदे है। सदा ही जम्मण मरण दा दुख पावणिया पाउंदे रहिंदे है। क्योंकि जे ये वकार ना होण ते जीव दा जन्म मरण भी मिट जावे। जे ये वकार हन ना अंदर, यही जन्म कराउंदे। महाराज ने कहा हे कामंग नरक विश्रामंग, बहु जोनी भरमावण, बहुतियां जूना विच भटकाउण दा तू कारण बनदा है। सच्चे पातशाह कहंदे भाई दुख पाउणा पैंदा है जम्मण मरण दा। तिस विच ज्ञान रतन एक पाया। हजूर हुण संसार विच जिहड़ा माया दा मोह महाराज ने पैदा कीता है ना,
ਤੇ ਜੀਵ ਸਾਰੇ ਇਸ ਮੋਹ ਵਿੱਚ ਮਾਇਆ ਦਾ ਹੀ ਇਹ ਸਾਧ ਸੰਗਤ ਜੀ ਰੂਪ ਹਨ। ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਸ਼ਬਦ ਸਪਰਸ ਰੂਪ ਰਸ ਗੰਧ। ਤੇ ਸੱਚੇ ਪਾਤਸ਼ਾਹ ਜੀ ਹੁਣ ਦੱਸਦੇ ਹੈ ਕਿ ਭਾਈ ਇਹਨਾਂ ਸਾਰਿਆਂ ਤੋਂ ਬਚਣ ਵਾਸਤੇ ਤੇ ਇਸ ਸੰਸਾਰ ਦੇ ਅੰਦਰ ਹੀ ਮੇਰੇ ਵਾਹਿਗੁਰੂ ਜੀ ਨੇ, ਫਿਰ ਪੜ੍ਹ ਦਿਓ ਪੰਕਤੀ, ਇਸ ਵਿੱਚ ਗਿਆਨ ਰਤਨ ਇੱਕ ਪਾਇਆ। ਇਸ ਸੰਸਾਰ ਦੇ ਅੰਦਰ ਮੇਰੇ ਵਾਹਿਗੁਰੂ ਨੇ ਇੱਕ ਗਿਆਨ ਦਾ ਰਤਨ ਪੈਦਾ ਕੀਤਾ ਹੈ। ਤੇ ਗਿਆਨ ਦਾ ਰਤਨ ਧਰਿਆ ਕਿੱਥੇ ਹੈ? ਗੁਰੂ ਸਾਹਿਬ ਦੇ ਕੋਲ ਧਰਿਆ ਹੈ। ਇਹ ਸਾਰੀ ਮਾਇਆ ਦੇ ਮੋਹ ਤੋਂ ਬਚਣ ਲਈ, ਪੰਜਾਂ ਵਿਸ਼ਿਆਂ ਤੋਂ, ਪੰਜਾਂ ਵਿਕਾਰਾਂ ਤੋਂ ਬਚਣ ਲਈ ਇਸ ਸੰਸਾਰ ਦੇ ਅੰਦਰ, ਇਸ ਕਾਇਨਾਤ ਦੇ ਅੰਦਰ ਇੱਕ ਗਿਆਨ ਦਾ ਰਤਨ ਮੇਰੇ ਵਾਹਿਗੁਰੂ ਨੇ ਪੈਦਾ ਕੀਤਾ ਏ। ਗੁਰ ਪ੍ਰਸਾਦੇ ਮਨ ਵਸਾਇਆ। ਜਿਹਦੇ ਵੀ ਮਨ ਵਿੱਚ ਵਾਹਿਗੁਰੂ ਨੇ ਵਸਾਇਆ ਨਾ, ਗੁਰੂ ਜੀ ਦੇ ਰਾਹੀਂ ਵਸਾਇਆ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਹੀ ਸਾਧ ਸੰਗਤ ਜੀ ਮਨ ਵਿੱਚ ਵਸਦਾ ਹੈ। ਮਹਾਰਾਜ ਜਿਹਦੇ ਤੇ ਆਪਣੀ ਪ੍ਰਸਾਦ ਕਿਰਪਾ ਕਰਦੇ ਆ, ਉਸ ਗੁਰਸਿੱਖ ਨੇ ਮਨ 'ਚ ਹੀ ਵਸਾ ਲਿਆ ਏ। ਜਤ ਸਤ ਸੰਜਮ ਸੱਚ ਕਮਾਵੇ। ਉਹਨਾਂ ਦਾ ਫਿਰ ਜੀਵਨ ਕੈਸਾ ਹੁੰਦਾ? ਮਹਾਰਾਜ ਕਹਿੰਦੇ ਜਤੀ ਹੁੰਦੇ ਆ ਭਾਈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਸਰਦਾਰ ਹਰੀ ਸਿੰਘ ਨਲੂਏ ਨੂੰ ਪਠਾਣੀ ਨੇ ਕਿਹਾ ਸੀ, ਮੈਨੂੰ ਸਰਦਾਰਾ ਤੇਰੇ ਵਰਗਾ ਪੁੱਤਰ ਚਾਹੀਦਾ, ਕਿਉਂਕਿ ਸਰਦਾਰ ਇੰਨਾ ਸੋਹਣਾ ਸੀ, ਉਹਦੇ ਵੱਲ ਵੇਖ ਕੇ ਮੋਹਿਤ ਹੋ ਗਈ ਸੀ। ਤੇ ਸਰਦਾਰ ਹਰੀ ਸਿੰਘ ਨੇ ਕਿਹਾ ਕਿ ਮੈਨੂੰ ਹੀ ਆਪਣਾ ਪੁੱਤ ਬਣਾ ਲੈ, ਮੈਂ ਤੈਨੂੰ ਮਾਂ ਦੀ ਤਰ੍ਹਾਂ ਜਾਣ ਕਰਕੇ ਅੱਜ ਤੋਂ ਪੂਜਾਂਗਾ। ਵਕਾਰ ਹੀ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਮਿਟ ਚੁੱਕੇ ਹੈ, ਉਹਨਾਂ ਨੂੰ ਕਦੇ ਇਹ ਫੁਰਨਾ ਆਉਂਦਾ ਹੀ ਨਹੀਂ। ਬਾਬਾ ਦੀਪ ਸਿੰਘ ਸਾਹਿਬ ਚੰਬੇ ਦੀ ਰਾਜੇ ਦੀ ਲੜਕੀ ਇੰਨੀ ਸੁੰਦਰ ਸੀਗੀ, ਜਿਹੜਾ ਹੋਰ ਕੋਈ ਜਾਂਦਾ ਸੀ ਉਹਦਾ ਚਿੱਤ ਚਲਾਇਮਾਨ ਹੁੰਦਾ ਸੀ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆਖਿਆ, ਮਹਾਰਾਜ ਤੁਸੀਂ ਕਿਰਪਾ ਕਰਕੇ ਉਹਨੂੰ ਛੱਡ ਕੇ ਆਓ। ਚਿੱਤ ਨਹੀਂ ਡੋਲਿਆ। ਸਿੰਘਾਂ ਨੇ ਪੁੱਛਿਆ, ਮਹਾਰਾਜ ਕੋਈ ਫੁਰਨਾ ਆਇਆ ਹੋਣਾ? ਹੱਸ ਕੇ ਕਹਿੰਦੇ, ਸਿੰਘੋ ਨਿਤਨੇਮ ਚੋਂ ਹੀ ਸਮਾਂ ਲੱਗਾ ਤੇ ਫੁਰਨਾ ਕੀ ਕਰਨਾ ਸੀ। ਇਹ ਸਾਧ ਸੰਗਤ ਜੀ ਸ਼ਬਦ ਦਾ ਉਹਨਾਂ ਦੇ ਅੰਦਰ ਇੰਨਾ ਜ਼ਿਆਦਾ ਪਿਆਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਤ ਰੱਖਦੇ ਐ, ਸਤ ਪ੍ਰਤੱਗੀ ਹੁੰਦੇ ਐ, ਝੂਠ ਨਹੀਂ ਬੋਲਦੇ, ਸੰਜਮ ਰੱਖਦੇ ਐ, ਇੰਦਰੀਆਂ ਦਾ ਦਮਨ ਕਰਦੇ ਐ। ਨੇਤਰਾਂ ਨੂੰ ਐਵੇਂ ਨਹੀਂ ਜਿੱਧਰ ਮਰਜੀ ਨੇਤਰ ਤੁਰੇ ਫਿਰਨ, ਜਿੱਧਰ ਮਰਜੀ ਕੰਨ ਲੱਗੇ ਰਹਿਣ, ਨਹੀਂ, ਉਹਨਾਂ ਨੇ ਇੰਦਰੇ ਵੀ ਰੋਕ ਲਏ ਐ, ਸੰਜਮ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਦੀ ਮਹਾਰਾਜ ਕਹਿੰਦੇ ਭਾਈ ਕਮਾਈ ਕੀਤੀ ਆ। ਗੁਰ ਪੂਰਾ ਨਾਮ ਧਿਆਵਣਿਆ। ਪੂਰੇ ਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਨੇ ਨਾਮ ਨੂੰ ਧਿਆਵਣਿਆ, ਨਾਮ ਨੂੰ ਧਿਆਉਣਾ ਕੀਤਾ ਹੈ। ਜਿਨੇ ਨਾਮ ਨੂੰ ਧਿਆਇਆ ਨਾ ਸਾਧ ਸੰਗਤ ਜੀ, ਨਾਮ ਨੇ ਉਹਦੇ ਅੰਦਰੋਂ ਕਾਮ ਦੀ ਵਾਸ਼ਨਾ ਨੂੰ ਕੱਢਿਆ ਹੈ। ਨਾਮ ਨੇ ਕ੍ਰੋਧ ਦੀ ਅੱਗ ਨੂੰ ਸ਼ਾਂਤ ਕੀਤਾ ਹੈ। ਨਾਮ ਨੇ ਅੰਦਰ ਮੋਹ ਨੂੰ ਮਾਰਨ ਵਾਸਤੇ ਵਿਵੇਕ ਪੈਦਾ ਕੀਤਾ ਹੈ। ਨਾਮ ਨੇ ਲੋਭ ਨੂੰ ਮਾਰਨ ਵਾਸਤੇ ਅੰਦਰ ਸੰਤੋਖ ਪੈਦਾ ਕੀਤਾ ਹੈ। ਨਾਮ ਨੇ ਹੰਕਾਰ ਨੂੰ ਮਾਰਨ ਵਾਸਤੇ ਅੰਦਰ ਨਿਮਰਤਾ ਪੈਦਾ ਕੀਤੀ ਹੈ। ਇਹ ਨਾਮ ਦੇ ਕਰਕੇ ਹੀ ਸਾਰੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਹਨ। ਐਡੇ ਐਡੇ ਜਤੀ ਸਤੀ ਮਹਾਰਾਜ ਦੇ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੈਦਾ ਕੀਤੇ। ਸਤਿਗੁਰਾਂ ਜੀ ਨੇ ਆਪਣੇ ਖਾਲਸੇ ਅੰਦਰ ਨਾਮ ਦੀ ਕਣੀ ਧਰੀ, ਆਤਮਾ ਦਾ ਰਸ ਦਿੱਤਾ ਆਪਣੇ ਖਾਲਸੇ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ ਨਾ, ਇਸੇ ਕਰਕੇ ਤੇ ਐਸੇ ਪੁਰਖਾਂ ਨੂੰ ਸ਼ਿਵ ਜੀ ਵੀ ਮੱਥਾ ਟੇਕਦਾ ਹੈ। ਐਸੇ ਪੁਰਖਾਂ ਨੂੰ ਬ੍ਰਹਮਾ ਵਿਸ਼ਨੂੰ ਵਰਗੇ ਵੀ ਹੱਥ ਜੋੜ ਜੋੜ ਨਮਸਕਾਰਾਂ ਕਰਦੇ ਹੈ, ਕਿਉਂਕਿ ਜਿਸ ਵਾਸ਼ਨਾ ਨੂੰ ਦੇਵੀ ਦੇਵਤੇ ਨਹੀਂ ਜਿੱਤ ਸਕੇ, ਉਹਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਫਤਿਹ ਪਾਉਂਦੇ ਆ। ਗੁਰੂ ਸਾਹਿਬ ਦੇ ਆਸਰੇ ਨਾਲ, ਸਤਿਗੁਰੂ ਜੀ ਦੀ ਕਿਰਪਾ ਨਾਲ ਭਾਈ ਸੰਤ ਰਾਮ ਜੀ ਨੂੰ ਪਸੰਦ ਕਰ ਲਿਆ ਸੀ ਨਾ ਰਾਜੇ ਦੀ ਲੜਕੀ ਨੇ, ਤੇ ਕਿਹਾ ਸੀ ਕਿ ਮੈਨੂੰ ਇਹ ਸਿੱਖ ਪਸੰਦ ਵੈ। ਤੇ ਨਾਲ ਦੇ ਪਹਿਰੇਦਾਰਾਂ ਆਖਿਆ, ਉਹ ਸੰਤ ਰਾਮ ਤੇਰੇ ਤਾਂ ਭਾਗ ਜਾਗ ਪਈ, ਤੈਨੂੰ ਬਾਦਸ਼ਾਹ ਦੀ ਲੜਕੀ ਪਸੰਦ ਕਰ ਬੈਠੀ ਹੈ। ਉਹਨੇ ਪਤਾ ਲੱਗਾ, ਕਹਿੰਦਾ ਅੱਜ ਤਾਂ ਫਿਰ ਭਾਈ ਪਰਖ ਦੀ ਘੜੀ ਆ ਗਈ, ਹੁਣ ਸਤਿਗੁਰੂ ਦੀ ਸਿੱਖੀ ਰੱਖਾਂ ਜਾਂ ਬਾਦਸ਼ਾਹ ਦੀ ਲੜਕੀ ਵਿਆਹਾਂ। ਇੱਕ ਪਾਸੇ ਵੇਖ ਲੋ ਬਾਦਸ਼ਾਹ ਦੀ ਲੜਕੀ ਹੈ, ਇੱਕ ਪਾਸੇ ਮਹਾਰਾਜ ਦੀ ਸਿੱਖੀ ਹੈ। ਪਰ ਜਿਹਨੂੰ ਸ਼ਬਦ ਦਾ ਪਿਆਰ ਹੈ, ਭਾਈ ਸੰਤ ਰਾਮ ਜੀ ਨੂੰ ਪਹਿਰੇਦਾਰ ਕਹਿੰਦੇ, ਹੁਣ ਤਾਂ ਤੂੰ ਵੱਡਾ ਨਵਾਬ ਬਣ ਜਾਏਗਾ ਨਾ, ਕਿਸੇ ਥਾਂ ਦਾ ਸੂਬੇਦਾਰ ਬਣ ਜਾਏਗਾ, ਫਿਰ ਤੂੰ ਸਾਨੂੰ ਕਿੱਥੇ ਪਹਿਚਾਨਣਾ। ਭਾਈ ਸੰਤ ਰਾਮ ਜੀ ਨੂੰ ਪਤਾ ਚੱਲ ਗਿਆ ਕਿ ਅਨਕਾਰ ਕੀਤਾ ਤੇ ਸਜਾਏ ਮੌਤ ਹੈ। ਭਾਈ ਸੰਤ ਰਾਮ ਜੀ ਭੇਸ ਬਦਲ ਕੇ ਨਿਕਲ ਗਏ ਉੱਥੋਂ,
ਤੇ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤੇ ਉਸਨੇ ਹੁਲੀਆ ਜਾਰੀ ਕਰ ਦਿੱਤਾ। ਗੁਜਰਾਤ ਵਿੱਚ ਭਾਈ ਸੰਤ ਰਾਮ ਜੀ ਪਕੜੇ ਗਏ। ਉਥੋਂ ਦੇ ਸੂਬੇਦਾਰ ਨੂੰ ਹੁਕਮ ਸੀ ਕਿ ਜੇ ਮੇਰੀ ਲੜਕੀ ਦਾ ਇਹ ਨਿਕਾਹ ਪ੍ਰਵਾਨ ਕਰਦਾ ਤੇ ਇਹਨੂੰ ਬੜੇ ਸਤਿਕਾਰ ਨਾਲ ਮੇਰੇ ਕੋਲ ਲਿਆਂਦਾ ਜਾਵੇ, ਜੇ ਲੜਕੀ ਦਾ ਨਿਕਾਹ ਨਹੀਂ ਪ੍ਰਵਾਨ ਕਰਦਾ ਤੇ ਇਹਦਾ ਸਿਰ ਵੱਢ ਕੇ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਭਾਈ ਸੰਤ ਰਾਮ ਨੂੰ ਪੁੱਛਿਆ ਗਿਆ, ਦੱਸ ਕਿਹੜੀ ਤੈਨੂੰ ਗੱਲ ਮਨਜ਼ੂਰ ਹੈ? ਭਾਈ ਸੰਤ ਰਾਮ ਕਹਿੰਦੇ, ਮੈਂ ਸਿੱਖੀ ਨਹੀਂ ਛੱਡਣੀ, ਸਿਰ ਕੱਟ ਲਓ, ਪਰ ਮਹਾਰਾਜ ਦੀ ਸਿੱਖੀ ਨਹੀਂ ਮੈਂ ਛੱਡਣੀ। ਕਿੱਥੇ ਇੱਕ ਪਾਸੇ ਬਾਦਸ਼ਾਹ ਦੀ ਲੜਕੀ ਵਿਆਹਣੀ ਹੈ ਤੇ ਇੱਕ ਪਾਸੇ ਮਹਾਰਾਜ ਦੀ ਸਿੱਖੀ ਨਾਲ ਪਿਆਰ ਕਰਦਿਆਂ ਕਿੱਡਾ ਜੱਤ ਸੱਤ ਰੱਖਿਆ ਭਾਈ ਸੰਤ ਰਾਮ ਜੀ ਨੇ। ਤੇ ਕਹਿੰਦੇ ਉਥੋਂ ਦੇ ਸੂਬੇਦਾਰ ਨੇ ਸਿਰ ਵੱਢ ਕੇ ਭਾਈ ਸੰਤ ਰਾਮ ਜੀ ਦਾ ਨਾ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ। ਜਿਹੜਾ ਐਡਾ ਜੱਤ ਰੱਖਿਆ ਹੋਵੇ ਨਾ ਸਾਧ ਸੰਗਤ ਜੀ, ਇਹਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ। ਜਦੋਂ ਕਹਿੰਦੇ ਨੇ ਕੱਟਿਆ ਹੋਇਆ ਸਿਰ ਬਾਦਸ਼ਾਹ ਦੀ ਕਚਹਿਰੀ ਵਿੱਚ ਲਿਆਂਦਾ ਗਿਆ ਭਾਈ ਸੰਤ ਰਾਮ ਜੀ ਦਾ, ਥਾਲ ਵਿੱਚ ਪਾਇਆ ਹੋਇਆ ਸਿਰ ਉੱਤੇ ਵਸਤਰ ਨਾਲ ਢੱਕਿਆ ਹੋਇਆ। ਬਾਦਸ਼ਾਹ ਦੀ ਲੜਕੀ ਅੱਗੇ ਹੋ ਕਰਕੇ ਜਦੋਂ ਵਸਤਰ ਹਟਾਉਣ ਲੱਗੀ ਨਾ ਤੇ ਜ਼ਿਕਰ ਆਉਂਦਾ ਹੈ, ਸਵਾ ਗ੍ਰਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਕੱਟੇ ਹੋਇਆ ਸਿਰ ਹੀ ਥਾਲੀ ਚੋਂ ਉੱਠ ਪਿਆ ਸੀ, ਇਸਤਰੀ ਦਾ ਹੱਥ ਨਹੀਂ ਸੀ ਲੱਗਣ ਦਿੱਤਾ। ਉਹਨੇ ਵੇਖਿਆ, ਕਹਿੰਦੀ ਖੁਦਾ ਏਡੀ ਸ਼ਕਤੀ ਇਹਦੇ ਜੱਤ ਦੇ ਅੰਦਰ ਕਿ ਜੇ ਜਿਉਂਦੇ ਹੋਏ ਨੂੰ ਮੈਂ ਪਰਸ ਨਹੀਂ ਸਕੀ ਤੇ ਮਰੇ ਹੋਏ ਦਾ ਸਤ ਪਰਮੇਸ਼ਰ ਰੱਖ ਰਿਹਾ, ਇਹਦੇ ਸਿਰ ਨੂੰ ਮੇਰਾ ਹੱਥ ਨਹੀਂ ਲੱਗ ਸਕਦਾ। ਸਾਧ ਸੰਗਤ ਜੀ, ਐਡੀ ਜੱਤ ਦੀ ਸ਼ਕਤੀ ਨਾਮ ਦੇ ਕਰਕੇ ਆਉਂਦੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਭਾਈ ਜਿਨ੍ਹਾਂ ਨੂੰ ਨਾਮ ਦੇ ਜਪਣ ਦਾ ਮੇਰੇ ਵਾਹਿਗੁਰੂ ਨੇ ਪਿਆਰ ਲਾ ਦਿੱਤਾ ਹੈ, ਉਹ ਐਡੇ ਜੱਤ ਸੱਤ ਨੂੰ ਕਮਾਉਂਦੇ ਐ, ਇੰਦਰੀਆਂ ਦਾ ਦਮਨ ਕਰ ਲੈਂਦੇ ਐ, ਸੱਚੇ ਨਾਮ ਦਾ ਜਾਪ ਕਰਦੇ ਐ। ਭੁੱਲਾਂ ਜੇ ਕਿਤੇ ਜ਼ਿੰਦਗੀ ਵਿੱਚ ਹੋਈਆਂ ਤੇ ਸਾਧ ਸੰਗਤ ਜੀ, ਉਹਨਾਂ ਭੁੱਲਾਂ ਨੂੰ ਸਤਿਗੁਰਾਂ ਜੀ ਦੇ ਕੋਲੋਂ ਮਹਾਰਾਜ ਪ੍ਰਪਾਟੀ ਬਣਾਈ ਹੈ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕਰਕੇ ਆਪਣੀ ਸੁਧਾਈ ਕਰਾ ਕਰਕੇ ਤੇ ਜੀਵਨ ਚੜ੍ਹਦੀ ਕਲਾ ਵਾਲਾ ਜਿਉਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਨਾਮ ਵਿੱਚ ਹੀ ਸ਼ਕਤੀ ਹੈ, ਕਦੇ ਝੋਰਨਾ ਨਹੀਂ ਚਾਹੀਦਾ। ਨਾਮ ਦਾ ਪੱਲਾ ਪਕੜੀਏ ਤੇ ਨਾਮ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਏ। ਪੀੜਾ ਤਹਨ ਪਰਮ ਭੁਲਾਣੇ। ਜਿਹੜੀ ਧਨ ਜੀਵ ਰੂਪੀ ਇਸਤਰੀ ਮਹਾਰਾਜ ਕਹਿੰਦੇ ਪਈੜ ਇਸ ਪੇਕੇ ਘਰ ਸੰਸਾਰ ਦੇ ਅੰਦਰ ਭਰਮ ਵਿੱਚ ਹੀ ਪੈ ਕੇ ਭੁੱਲ ਗਈ ਹੈ। ਗੁਰਛਰਲੇ ਉਡਾਉਂਦੇ ਰਹਿੰਦੇ ਆ, ਮਾਇਆ ਦੇ ਮੋਹ 'ਚ ਹੀ ਫਸੇ ਰਹਿੰਦੇ ਆ। ਕਹਿੰਦੇ ਸਾਨੂੰ ਕੀ ਹੋਣ ਲੱਗਾ, ਅਸੀਂ ਕੀ ਜਿਹੜਾ ਹੈ ਸਾਡਾ ਕੋਈ ਕੀ ਨੁਕਸਾਨ ਹੋ ਚੱਲਿਆ। ਸਭ ਮਾਇਆ ਦੇ ਆਨੰਦ ਮਾਣਦੇ ਆ, ਵਿਸ਼ਿਆਂ ਨੂੰ ਭੋਗਦੇ ਆ, ਬੁਰੇ ਕਰਮ ਕਰਦੇ ਆ। ਜਿਹੜੀ ਧਨ ਜੀਵ ਰੂਪੀ ਇਸਤਰੀ ਮਹਾਰਾਜ ਕਹਿੰਦੇ ਭਾਈ ਇਸ ਪਈੜ ਹੈ, ਪੇਕੇ ਘਰ ਹੈ, ਪਰ ਇਹ ਜਿਹੜਾ ਸਾਧ ਸੰਗਤ ਜੀ ਇਸ ਪ੍ਰਕਾਰ ਇਹ ਲੋਕ ਵੈ, ਸਹੁਰਾ ਘਰ ਹੈ ਪਰਲੋਕ। ਜਿਹੜੀ ਇਸ ਲੋਕ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਜਿਹੜੀ ਹੈ ਭਰਮ ਵਿੱਚ ਹੀ ਜੀਵ ਰੂਪੀ ਇਸਤਰੀ ਭੁੱਲੀ ਰਹਿੰਦੀ ਆ। ਦੂਜੇ ਲਾਗੇ ਫਿਰ ਪਛੋਤਾਣੇ। ਦੂਜੇ ਭਾਵ ਵਿੱਚ ਲੱਗੀ ਹੋਈ ਮਹਾਰਾਜ ਕਹਿੰਦੇ ਹੁਣ ਤਾਂ ਬੜੇ ਆਨੰਦ ਮਾਣਦੇ ਆ ਨਾ, ਪਰ ਪਛੋਤਾਵਾ ਹੀ ਪੱਲੇ ਪਵੇਗਾ। ਜਦੋਂ ਸਰੀਰ ਛੁੱਟ ਗਿਆ ਪਛਤਾਵਾ ਹੀ ਰਹਿਣਾ ਕਿ ਇਹ ਮਨਾ ਤੂੰ ਕੀ ਕਿਹੜੇ ਪਾਸੇ ਲੱਗਾ ਰਹੋ। ਵੇਖ ਅੱਜ ਤੇਰੇ ਕੋਲ ਸਰੀਰ ਹੈ ਨਹੀਂ, ਹੁਣ ਜਮਾਂ ਦੀਆਂ ਸਜ਼ਾਵਾਂ ਸਹਾਰਨੀਆਂ ਪੈਣੀਆਂ। ਬੜਾ ਹੀ ਤੇ ਸਮੇਂ ਪਛੋਤਾਵਾ ਲੱਗਦਾ। ਇਹ ਦਵੈਤ ਭਾਵ ਵਿੱਚ ਮਹਾਰਾਜ ਕਹਿੰਦੇ ਸੁੱਖ ਨਹੀਂ ਪਾ ਸਕਦੀ। ਹਾਲਤ ਪਾਲਤ ਦੋਵੇਂ ਗਵਾਏ। ਲੋਕ ਵੀ ਗਵਾ ਲਿਆ, ਮਾਇਆ ਦੇ ਭਰਮ ਵਿੱਚ ਫਸਿਆ ਹੋਇਆ, ਤੇ ਪਰਲੋਕ ਵੀ ਗਵਾਚ ਗਿਆ। ਕਿਉਂਕਿ ਉੱਥੇ ਤਾਂ ਨਾਮ ਚੱਲਣਾ ਸੀ ਨਾ ਨਾਲ, ਇੱਥੇ ਇਕੱਠਾ ਕੀਤਾ ਹੋਇਆ ਸਭ ਕੂੜ ਕਬਾੜ ਰਹਿ ਗਿਆ ਇੱਥੇ ਹੀ। ਮਹਾਰਾਜ ਕਹਿੰਦੇ ਭਾਈ ਲੋਕ ਵੀ ਕਲੇ ਗਿਆ, ਪਰਲੋਕ ਵੀ ਨਾਸ਼ ਹੋ ਗਿਆ। ਹਲਤ ਨਾ ਸੋਭਾ ਪਲਤ ਨਾ ਢੋਈ, ਅਹਲਾ ਜਨਮ ਗਵਾਇਆ। ਸੁਪਨਾ ਸੁਖ ਨਾ ਪਾਵਣਿਆ। ਸੁਪਨੇ ਮਾਤਰ ਵੀ ਮਹਾਰਾਜ ਕਹਿੰਦੇ ਭਾਈ ਕਦੀ ਸੁੱਖ ਨਹੀਂ ਪਾਇਆ, ਥੋੜਾ ਮਾਤਰ ਵੀ। ਸੁਪਨੇ 'ਚ ਵੀ ਬੜਾ ਬੜਾ ਉੱਠਦੇ ਆ, ਹਾਏ ਮਰ ਗਏ, ਹਾਏ ਮਰ ਗਏ ਕਰਦੇ ਰਹਿੰਦੇ ਆ। ਪੀੜ ਤਹਨ ਕੰਤ ਸਮਾਲੇ। ਜਿਸ ਇਸ ਜੀਵ ਰੂਪੀ ਇਸਤਰੀ ਨੇ ਪਈੜ ਪੇਕੇ ਘਰ ਇਸ ਸੰਸਾਰ ਦੇ ਅੰਦਰ ਕੰਤ ਨੂੰ ਪਤੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਸੰਭਾਲਿਆ ਹੈ, ਚੇਤੇ ਕੀਤਾ ਏ। ਗੁਰ ਪ੍ਰਸਾਦੇ ਵੇਖ ਨਾਲੇ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਫਿਰ ਆਪਣੇ ਨਾਲ ਹੀ ਉਹ ਜੀਵ ਰੂਪੀ ਵੇਖ ਲੈਂਦੀ ਹੈ ਇਸਤਰੀ ਕਿ ਪਤੀ ਪਰਮੇਸ਼ਰ ਤਾਂ ਮੇਰੇ ਨਾਲ ਹੈ ਹਰ ਵੇਲੇ।
ਫਿਰ ਕੈ ਸਹਿਜ ਰਹਿ ਰੰਗ ਰਾਤੇ। ਵਾਹਿਗੁਰੂ ਜੀ ਦੇ ਪਤੀ ਪਰਮੇਸ਼ਰ ਦੇ ਪਿਆਰ ਦੇ ਅੰਦਰ ਉਹ ਜੀਵ ਰੂਪੀ ਇਸਤਰੀ ਸੁਤਈ ਆਨੰਦ ਵਿੱਚ ਰੰਗੀ ਰਹਿੰਦੀ ਹੈ। ਪਿਆਰ ਦੇ ਰੰਗ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਸੁਤਈ ਇਹ ਆਨੰਦ ਆਉਂਦਾ ਹੀ ਰਹਿੰਦਾ ਹੈ, ਕਿਉਂਕਿ ਹਰ ਵੇਲੇ ਪਤੀ ਨੂੰ ਸਾਖਿਆਤ ਕਰ ਲਿਆ ਹੈ, ਹਰ ਵੇਲੇ ਕੋਲ ਵੇਖਦੀ ਹੈ ਕਿ ਫਿਰ ਕੈ ਸਹਿਜ ਰਹਿ ਰੰਗ ਰਾਤੀ। ਪਤੀ ਦੇ ਰੰਗ ਪਿਆਰ ਦੇ ਅੰਦਰ ਸਦਾ ਹੀ ਰੰਗੀ ਰਹਿੰਦੀ ਹੈ ਸਹਿਜ ਗਿਆਨ ਦੁਆਰਾ। ਸ਼ਬਦ ਸ਼ਿੰਗਾਰ ਬਣਾਵਣਿਆ। ਸ਼ਬਦ ਦੇ ਨਾਲ ਉਹਨਾਂ ਨੇ ਆਪਣੀ ਰੂਹ ਨੂੰ ਸ਼ਿੰਗਾਰ ਲਿਆ ਹੈ, ਆਪਣੇ ਮਨ ਨੂੰ ਸ਼ਿੰਗਾਰ ਲਿਆ ਸੁਭ ਗੁਣਾਂ ਨਾਲ। ਇੰਨੀ ਸ਼ਬਦ ਦੀ ਕਮਾਈ ਕੀਤੀ ਆ। ਸਫਲ ਜਨਮ ਜਿਨਾ ਸਤਿਗੁਰ ਪਾਇਆ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਾ ਲਿਆ ਨਾ, ਗੁਰੂ ਵਾਲੇ ਬਣ ਗਏ ਆ, ਉਹਨਾਂ ਦਾ ਮਹਾਰਾਜ ਕਹਿੰਦੇ ਭਾਈ ਜਨਮ ਸਫਲ ਹੋ ਗਿਆ। ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ। ਇਹ ਬਖਸ਼ਿਸ਼ ਮਹਾਰਾਜ ਕਹਿੰਦੇ ਉਹਨਾਂ ਨੂੰ ਮਿਲੀ ਆ। ਦੂਜਾ ਪਹਾਓ ਗੁਰ ਸ਼ਬਦ ਜਲਾਇਆ। ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਨਾਲ ਮਹਾਰਾਜ ਕਹਿੰਦੇ ਦੂਜਾ ਭਾਵ ਅੰਦਰੋਂ ਜਲ ਗਿਆ, ਦਵੈਤ ਸਾਰੀ ਛੜ ਗਈ ਅੰਦਰੋਂ ਜਦੋਂ ਗੁਰੂ ਜੀ ਦੇ ਉਪਦੇਸ਼ ਨੂੰ ਕਮਾਇਆ। ਏਕੋ ਰਵ ਰਹਿਆ ਘਟ ਅੰਤਰ। ਇੱਕੋ ਵਾਹਿਗੁਰੂ ਹੀ ਅੰਦਰ ਘਟ ਹਿਰਦੇ ਦੇ ਅੰਦਰ ਰਵ ਰਿਹਾ, ਫਿਰ ਉਹ ਮਿਲ ਰਿਹਾ ਹੈ। ਪਰਮੇਸ਼ਰ ਹੀ ਹਰ ਵੇਲੇ ਅੰਦਰ ਜਿਹੜਾ ਨਾ ਉਹ ਸਮਾਇਆ ਹੋਇਆ ਪ੍ਰਤੀਤ ਹੋ ਜਾਂਦਾ ਹੈ। ਮਹਾਰਾਜ ਦਾ ਨਾਮ ਹੀ ਅੰਦਰ ਸਾਧ ਸੰਗਤ ਜੀ ਰਮਣ ਲੱਗ ਜਾਂਦਾ ਏ। ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਮਿਲ ਕਰਕੇ ਸਤ ਸੰਗਤ ਵਿੱਚ ਉਹਨਾਂ ਨੇ ਹਰੀ ਦੇ ਗੁਣਾਂ ਨੂੰ ਗਾਵਣਿਆ ਗਾਉਣਾ ਕੀਤਾ ਹੈ। ਸਤ ਸੰਗਤ ਦੇ ਅੰਦਰ ਜਦੋਂ ਹਰੀ ਦੇ ਗੁਣਾਂ ਨੂੰ ਗਾਇਆ ਤੇ ਅੰਦਰ ਰਮਣ ਲੱਗ ਗਿਆ ਪਰਮੇਸ਼ਰ ਦਾ ਨਾਮ। ਨੇਤਰਾਂ ਵਿੱਚ ਵੀ, ਜੀਭਾ ਤੇ ਵੀ, ਕੰਨਾਂ ਵਿੱਚ ਵੀ, ਹਿਰਦੇ ਵਿੱਚ ਵੀ, ਇਉਂ ਫਿਰ ਸਮਾਉਂਦਾ ਸਮਾਉਂਦਾ ਨਾਮ ਰੋਮਾਂ ਰੋਮਾਂ ਦੇ ਅੰਦਰ ਸਾਧ ਸੰਗਤ ਜੀ ਜਾਪ ਹੋਣ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਦੇ ਅੰਦਰ ਬਹਿ ਕੇ ਜਿਹੜੇ ਭਾਈ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ ਸੁਣਦੇ ਐ, ਆਪਣੀ ਗੁਪਤ ਰਸਨਾ ਨਾਲ ਗੁਰ ਮੰਤਰ ਜਪਦੇ ਐ, ਉਹਨਾਂ ਦੇ ਹਿਰਦੇ ਅੰਦਰ ਮੇਰੇ ਵਾਹਿਗੁਰੂ ਦਾ ਨਾਮ ਚੱਲਣ ਲੱਗ ਪੈਂਦਾ, ਵਸ ਜਾਂਦਾ ਏ। ਸਤਿਗੁਰ ਨਾ ਸੇਵੇ ਸੋ ਕਾਹੇ ਆਇਆ। ਜਿਨੇ ਸਤਿਗੁਰੂ ਜੀ ਦੀ ਸੇਵਾ ਨਹੀਂ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਕਾਹਨੂੰ ਆਇਆ ਭਾਈ ਸੰਸਾਰ 'ਚ। ਨਾ ਹੀ ਆਉਂਦਾ ਇਹਦੇ ਨਾਲੋਂ ਚੰਗਾ ਸੀਗਾ, ਕਿਉਂਕਿ ਜਨਮ ਵੀ ਮਿਲਿਆ ਉਹ ਵੀ ਸਾਰਾ ਐਵੇਂ ਵਿਅਰਥ ਗਵਾ ਚੱਲਿਆ ਹੈ। ਸਵਾਸ ਸੀਗੇ ਮੂਲ ਰੂਪ ਉਹ ਵੀ ਬਰਬਾਦ ਕਰ ਚੱਲਿਆ ਹੈ। ਸੋ ਕਾਹੇ ਆਇਆ, ਕਾਹਨੂੰ ਆਇਆ। ਨਹੀਂ ਸੀ ਮਹਾਰਾਜ ਕਹਿੰਦੇ ਭਾਈ ਉਹਨੂੰ ਜਨਮ ਲੈਣਾ ਚਾਹੀਦਾ। ਜਿਹੜੇ ਇਉਂ ਕਹਿੰਦੇ ਆ ਨਾ ਸਿੱਖਾਂ ਦੇ ਘਰ ਜਨਮ ਲੈ ਕਰਕੇ ਭਾਈ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਉਹਨੂੰ ਫਿਰ ਕਹੇ ਤੈਨੂੰ ਜੰਮਣ ਦੀ ਕੀ ਲੋੜ ਸੀਗੀ, ਤੋ ਜਨਮ ਹੀ ਨਾ ਸੀ ਲੈਣਾ। ਸਿੱਖਾਂ ਦੇ ਘਰ ਜਨਮ ਲੈ ਕਰਕੇ ਜੇ ਅੰਮ੍ਰਿਤ ਛਕਣ ਦੀ ਪੁੱਛਦਾ ਕੀ ਲੋੜ ਹੈ। ਸਤਿਗੁਰੂ ਜੀ ਦੱਸਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿ ਭਾਈ ਜਿਹਨੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਹੈ ਤੇ ਉਹ ਜਨਮ ਲੈ ਕੇ ਕਾਹਨੂੰ ਆਇਆ। ਹੋਰ ਹੀ ਕੋਈ ਕੁੱਤਾ ਬਿੱਲਾ ਬਣ ਜਾਂਦਾ ਜੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਭਾਈ ਇਹ ਸਖਤ ਸ਼ਬਦ ਹੈ, ਪਰ ਮਹਾਰਾਜ ਕਹਿ ਰਿਹਾ ਕਾਹਨੂੰ ਆਇਆ, ਮਨੁੱਖਾ ਜਨਮ ਵਿਅਰਥ ਗਵਾ ਲਿਆ ਏ। ਧਰਗ ਜੀਵਨ ਬਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਉਹਦੇ ਜੀਵਨ ਨੂੰ, ਉਹਦੇ ਜਨਮ ਨੂੰ ਨਾ ਧ੍ਰਿਗ ਵੈ। ਫਿਟੇ ਮੂੰਹ 100 ਵਾਰੀ ਕਹੀਏ ਤੇ ਸਾਧ ਸੰਗਤ ਜੀ ਇੱਕ ਲਾਹਨਤ ਬਣਦੀ ਹੈ। 100 ਵਾਰੀ ਲਾਹਨਤ ਲਾਹਨਤ ਕਹੀਏ ਤੇ ਇੱਕ ਧ੍ਰਿਗ ਬਣਦੀ ਹੈ। ਮਹਾਰਾਜ ਨੇ ਉਸਦੇ ਜਨਮ ਨੂੰ ਧ੍ਰਿਗ ਕਿਹਾ ਹੈ। ਤੇ ਮਹਾਰਾਜ ਕਹਿੰਦੇ ਜਨਮ ਭਾਈ ਵਿਅਰਥ ਗਵਾ ਚੱਲਿਆ ਹੈ। ਪੂਰੇ ਗੁਰੂ ਜੀ ਦੀ ਸੇਵਾ ਨਹੀਂ ਕੀਤੀ। ਜਿਹੜੇ ਹੱਥ ਸੇਵਾ ਨਹੀਂ ਨਾ ਕਰਦੇ ਤੇ ਜਿਹੜੇ ਇਹ ਉਹ ਸਾਰੇ ਧ੍ਰਿਗ ਅਖਵਾਉਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉਹ ਜਲ ਲਿਆ ਕੇ ਭੇਟ ਕੀਤਾ ਸੀ ਨਾ, ਉਹ ਬੜਾ ਰਾਜਕੁਮਾਰ ਸੀ ਤੇ ਮਹਾਰਾਜ ਦੇ ਕੋਲ ਸੇਵਾਦਾਰ ਨਹੀਂ ਸੀ। ਸਤਿਗੁਰਾਂ ਜਲ ਮੰਗ ਲਿਆ, ਉਹਦੇ ਹੱਥਾਂ ਨੂੰ ਜਦੋਂ ਮਹਾਰਾਜ ਪਰਸਿਆ ਬੜੇ ਮੁਲਾਇਮ। ਤੇ ਮਹਾਰਾਜ ਕਹਿੰਦੇ ਕੀ ਗੱਲ ਭਈ ਇਹ ਤੇਰੇ ਹੱਥ ਬੜੇ ਪੋਲੇ ਆ, ਬੜੇ ਮੁਲਾਇਮ ਆ। ਕਹਿੰਦਾ ਮਹਾਰਾਜ ਰਾਜਕੁਮਾਰ ਆ, ਕਦੇ ਕੋਈ ਕੰਮ ਕੀਤਾ ਹੀ ਨਹੀਂ, ਅੱਜ ਪਹਿਲੀ ਵਾਰੀ ਤੁਹਾਨੂੰ ਜਲ ਫੜਾਇਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਉਸੇ ਵੇਲੇ ਜਲ ਡੋਲਤਾ। ਮਹਾਰਾਜ ਕੀ ਗੱਲ ਆਪਨੇ ਜਲ ਕਿਉਂ ਨਹੀਂ ਛਕਿਆ। ਮਹਾਰਾਜ ਕਹਿੰਦੇ ਅਪਵਿੱਤਰ ਹੋ ਗਿਆ ਇਹ ਜਲ ਨਹੀਂ, ਸੁੱਚਾ ਨਹੀਂ ਰਿਹਾ। ਮਹਾਰਾਜ ਮੈਂ ਬੜਾ ਬਾਟਾ ਸੋਧ ਕੇ ਜਲ ਚੰਗੀ ਤਰ੍ਹਾਂ ਲੈ ਕੇ ਆਇਆ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਹੱਥ ਪੈਰ ਜਿਹੜੇ ਸੇਵਾ ਨਹੀਂ ਨਾ ਕਰਦੇ ਉਹ ਮੁਰਦਾ ਹੁੰਦਾ ਹੈ, ਤੇ ਮੁਰਦੇ ਨਾਲ ਛੋਈ ਹੋਈ ਚੀਜ਼ ਕਦੇ ਪਵਿੱਤਰ ਰਹਿ ਸਕਦੀ ਹੈ। ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ।
ਮਹਾਰਾਜ ਕਹਿੰਦੇ ਭਾਈ ਇਹ ਤਾਂ ਤੇਰਾ ਸਰੀਰ ਹੀ ਮੁਰਦਾ ਵਾ। ਉਹਨੇ ਮਾਫੀ ਮੰਗੀ। ਮਹਾਰਾਜ ਕਹਿੰਦੇ ਭਾਈ ਸੇਵਾ ਕਰਿਆ ਕਰ ਫਿਰ ਲੰਗਰ 'ਚ, ਤਾਂ ਸਰੀਰ ਪਵਿੱਤਰ ਹੋਵੇਗਾ। ਮਹਾਰਾਜ ਕਹਿੰਦੇ ਜਨਮ ਭਾਈ ਵਿਅਰਥ ਚਲਿਆ ਜਾਂਦਾ ਹੈ, ਸੇਵਾ ਨਾਲ ਹੀ ਭਾਈ ਸਰੀਰ ਪਵਿੱਤਰ ਮੰਨਿਆ ਜਾਂਦਾ ਹੈ। ਮਨ ਮੁਖ ਨਾਮ ਚਿਤ ਨਾ ਆਵੈ। ਮਨਮੁਖ ਨੂੰ ਵਾਹਿਗੁਰੂ ਦਾ ਨਾਮ ਹਜੂਰ ਕਹਿੰਦੇ ਭਾਈ ਚਿੱਤ ਵਿੱਚ ਚੇਤੇ ਨਹੀਂ ਆਉਂਦਾ। ਬਿਨ ਨਾਵੈ ਬਹੁ ਦੁਖ ਪਾਵਣਿਆ। ਨਾਮ ਤੋਂ ਬਿਨਾ ਬਹੁਤਾ ਦੁੱਖ ਮਹਾਰਾਜ ਕਹਿੰਦੇ ਭਾਈ ਪਾਵਣਿਆ ਪਾਉਣਾ ਕਰਦੇ ਐ, ਸਦਾ ਹੀ ਦੁਖੀ ਰਹਿੰਦੇ ਐ। ਤੇ ਜਿਨੇ ਨਾਮ ਨਹੀਂ ਜਪਿਆ ਉਹਨੇ ਦੁੱਖ ਹੀ ਦੁੱਖ ਪਾਵਣਿਆ ਪਾਉਣਾ ਕੀਤਾ ਏ। ਜਿਨ ਸ੍ਰੇਸ਼ਟ ਸਾਜੇ ਸੋਏ ਜਾਣੈ। ਅਸ਼ਟਪਦੀਆਂ ਦੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਮਾਪਤੀ ਕਰਦੇ ਹੋਏ ਅਖੀਰਲੀ ਪੌੜੀ ਵਿੱਚ ਹਜੂਰ ਕਹਿੰਦੇ ਆ ਜਿਨ ਸ੍ਰਿਸ਼ਟ ਸਾਜੀ ਸੋਈ ਜਾਣੈ। ਜਿਸ ਮੇਰੇ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਨਾ, ਉਹ ਹੀ ਜਾਣਦਾ ਹੈ ਕਿ ਕਿਵੇਂ ਸਾਜਿਆ ਹੈ, ਕਿਵੇਂ ਤੱਤ ਪੈਦਾ ਕੀਤੇ ਹੈ। ਵਾਹਿਗੁਰੂ ਆਪ ਹੀ ਜਾਣਦਾ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਆਪੇ ਮਿਲੈ ਸ਼ਬਦ ਪਛਾਣੈ। ਆਪ ਹੀ ਮੇਲਦਾ ਹੈ ਪੂਰੇ ਗੁਰੂ ਜੀ ਨਾਲ ਮੇਰਾ ਵਾਹਿਗੁਰੂ, ਤੇ ਸ਼ਬਦ ਦੀ ਸ਼ਕਤੀ ਨੂੰ ਫਿਰ ਉਹ ਅਧਿਕਾਰੀ ਬਣ ਕਰਕੇ ਪਛਾਣ ਲੈਂਦੇ ਆ, ਤੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਪਹਿਚਾਣ ਲੈਂਦੇ ਆ ਗੁਰਸਿੱਖ। ਨਾਨਕ ਨਾਮ ਮਿਲਿਆ ਤਿਨ ਜਨ ਕਉ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਨਾਮ ਤਿਸ ਜਨ ਨੂੰ ਪਿਆਰੇ ਨੂੰ ਗਰੀਬ ਨਵਾਜ ਕਹਿੰਦੇ ਭਾਈ ਮਿਲਿਆ ਏ। ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਜਿਨੇ ਧੁਰੋਂ ਹੀ ਮਸਤਕ ਦੇ ਉੱਤੇ ਵਾਹਿਗੁਰੂ ਦੇ ਕੋਲੋਂ ਲੇਖ ਲਿਖਾਵਣਿਆ, ਲੇਖ ਲਿਖਾਇਆ। ਮਹਾਰਾਜ ਕਿਰਪਾ ਕਰੋ ਆਪਦੇ ਨਾਮ ਦਾ ਲੇਖ ਪਾ ਦਿਓ, ਸੱਚੇ ਪਾਤਸ਼ਾਹ ਮਿਹਰ ਕਰੋ। ਜਿਨੇ ਧੁਰੋਂ ਹੀ ਮਹਾਰਾਜ ਕਹਿੰਦੇ ਲੇਖ ਲਿਖਾਵਣਿਆ, ਲੇਖ ਲਿਖਿਆ ਲਿਆਂਦਾ ਨਾ, ਉਹਨੂੰ ਨਾਮ ਮਿਲਿਆ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਹੈ। ਜੇ ਉਹ ਬੀਬੀ ਸੁਲੱਖਣੀ ਨੂੰ ਪੁੱਤਰ ਨਹੀਂ ਸੀ ਨਾ, ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਸੀ ਤੇ ਕਿ ਬੀਬੀ ਜੇ ਤੈਨੂੰ ਕਿਸੇ ਆਖਿਆ ਤੇਰੇ ਕਰਮਾਂ 'ਚ ਪੁੱਤਰ ਨਹੀਂ, ਜਾਂ ਕਹਿੰਦੇ ਗੁਰੂ ਸਾਹਿਬ ਜੀ ਨੇ ਵੀ ਕਹਿ ਦਿੱਤਾ ਕਿ ਤੇਰੇ ਕਰਮਾਂ 'ਚ ਹੀ ਨਹੀਂ ਹੈ, ਤੇ ਉਹ ਉਦਾਸ ਹੋਈ ਵਾਪਸ ਆ ਰਹੀ ਸੀ। ਤੇ ਫਿਰ ਭਾਈ ਸਾਹਿਬ ਨੇ ਦੱਸਿਆ ਕਿ ਤੂੰ ਐਂ ਕਰਕੇ ਕਾਗਜ਼ ਤੇ ਇੱਕ ਕਲਮ ਲੈ ਜਾ, ਨਾਲ ਦੁਆਤ ਲੈ ਜਾ, ਗੁਰੂ ਸਾਹਿਬ ਨੂੰ ਬੇਨਤੀ ਕਰੀ ਮਹਾਰਾਜ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਮਹਾਰਾਜ ਲਿਖਣਾ ਤਾਂ ਤੁਸੀਂ ਆ ਨਾ ਸੱਚੇ ਪਾਤਸ਼ਾਹ, ਲੇਖ ਤਾਂ ਤੁਸੀਂ ਪਾਉਂਦੇ ਹੋ ਨਾ ਜੀਆਂ ਦੇ ਮਸਤਕ ਦੇ ਉੱਤੇ। ਮਹਾਰਾਜ ਘੋੜੇ ਚੜ੍ਹਨ ਲੱਗੇ ਸੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਾਠੀ ਦਾ ਆਸਣ ਗ੍ਰਹਿਣ ਕਰ ਲਿਆ, ਲਾਗੇ ਆ ਗਈ ਮਾਈ। ਮਹਾਰਾਜ ਕਿਰਪਾ ਕਰੋ ਜੇ ਮਹਾਰਾਜ ਪਰਲੋਕ 'ਚ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ ਸੱਚੇ ਪਾਤਸ਼ਾਹ, ਲਿਖਣਾ ਤਾਂ ਤੁਸੀਂ ਹੈ ਨਾ, ਤੁਸੀਂ ਤਾਂ ਮਾਰੇ ਜੀਵ ਆ ਸੱਚੇ ਪਾਤਸ਼ਾਹ, ਸਾਡਾ ਕੀ ਜ਼ੋਰ ਹੈ। ਹਜੂਰ ਤੇ ਸਮੇਂ ਮਹਾਰਾਜ ਜਾਣ ਗਏ ਕਿ ਭਾਈ ਗੁਰਦਾਸ ਜੀ ਨੇ ਦੱਸਿਆ ਲੱਗਦਾ ਹੈ। ਮਹਾਰਾਜ ਕਹਿੰਦੇ ਖੁਸ਼ ਹੋ ਕੇ ਚੰਗਾ ਲਿਆ ਕਾਗਜ਼। ਮਹਾਰਾਜ ਫੜਿਆ ਤੇ ਕਲਮ ਪਕੜੀ ਗੁਰੂ ਦੇਵ ਨੇ। ਸਾਡਾ ਇਤਿਹਾਸ ਕਹਿੰਦਾ ਮਹਾਰਾਜ ਏਕਾ ਪਾਉਣ ਲੱਗੇ ਤੇ ਹਜੂਰ ਦੇ ਘੋੜੇ ਨੇ ਵੱਡਾ ਹੀ ਪਰ ਪੁਕਾਰ ਕੀਤਾ। ਮਹਾਰਾਜ ਦਾ ਘੋੜਾ ਹਿੱਲ ਗਿਆ ਤੇ ਉਹ ਏਕਾ ਪਾਉਣ ਲੱਗਿਆ ਜਿਹੜੀ ਸੀ ਨਾ, ਉਹ ਡੰਡੀ ਸਾਧ ਸੰਗਤ ਜੀ ਸਿੱਧੀ ਹੋ ਗਈ ਤੇ ਸਾਤਾ ਪੈ ਗਿਆ। ਮਹਾਰਾਜ ਹੱਸ ਕੇ ਕਹਿੰਦੇ ਚੰਗਾ ਇਹ ਇੱਕ ਪੁੱਤਰ ਲਿਖਣ ਲੱਗੇ ਸਾਂ ਪਰ 7 ਲਿਖੇ ਗਏ, ਹੁਣ 7 ਹੋਊਗੇ ਤੇਰੇ ਕਰਮਾਂ 'ਚ, 7 ਪੁੱਤਰ ਵੇ, ਕਿੱਥੇ ਇੱਕ ਵੀ ਨਹੀਂ ਸੀਗਾ। ਤੇ ਸਾਧ ਸੰਗਤ ਜੀ ਇਹ ਦਰ ਇਹੋ ਜਿਹਾ ਗੁਰੂ ਨਾਨਕ ਸਾਹਿਬ ਦਾ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਲੇਖਾਂ ਨੂੰ ਘੜ ਦਿੰਦੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇੱਥੇ ਮੱਥਾ ਟੇਕੀਏ ਨਾ ਤੇ ਲੇਖ ਪੈ ਜਾਂਦੇ ਆ। ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖੀਏ ਤੇ ਜਦੋਂ ਮੱਥਾ ਟੇਕੀਏ ਤਾਂ ਮੱਥਾ ਤਾਂ ਹੀ ਨਹੀਂ ਚੱਕ ਲਈਦਾ, ਮੱਥਾ ਥੱਲੇ ਲਾ ਦਈਦਾ ਕਿ ਮਹਾਰਾਜ ਲਿਖੋ ਇਹ ਤੇ ਲੇਖ ਪਾ ਦਿਓ, ਆਪਣੇ ਨਾਮ ਦਾ ਲੇਖ ਪਾਓ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਪੂਰੇ ਗੁਰੂ ਜੀ ਤੋਂ ਲੇਖ ਪਵਾ ਲਿਆ ਨਾ, ਭਾਈ ਪਾਰੋ ਜੀ ਵਰਗਿਆਂ ਪਵਾਇਆ ਸੀਗਾ, ਭਾਈ ਸਧਾਰਨ ਵਰਗਿਆਂ ਗੁਰੂ ਨਾਨਕ ਸਾਹਿਬ ਤੋਂ ਪਵਾਇਆ ਸੀਗਾ, ਭਾਈ ਭਗੀਰਥ ਨੇ ਪਵਾਇਆ ਸੀਗਾ, ਤੇ ਜਿਹਦੇ ਮਸਤਕ ਦੇ ਉੱਤੇ ਲੇਖ ਪਾਤਾ ਹੈ ਨਾ, ਉਹਨੇ ਨਾਮ ਦਾ ਪ੍ਰਸਾਦ ਉਸ ਜਨ ਪਿਆਰੇ ਨੇ ਮਹਾਰਾਜ ਕਹਿੰਦੇ ਭਾਈ ਪਾਇਆ ਹੈ। ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀਆਂ 32 ਅਸ਼ਟਪਦੀਆਂ ਸੰਪੂਰਨ ਹੋਈਆਂ। 33 ਅਸ਼ਟਪਦੀਆਂ ਹਨ ਕੁੱਲ, ਕਿਉਂਕਿ ਪਹਿਲੀ ਆਰੰਭ ਦੀ ਅਸ਼ਟਪਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਆਈ ਸੀਗੀ, ਤੇ ਇਹ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਸ਼ਟਪਦੀ ਉਚਾਰਨ ਕਰਨਗੇ। ਇੱਕ ਫਿਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਬਾਣੀ ਆਰੰਭ ਹੋਵੇਗੀ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜਿਨ ਸਿਸ਼ਟ ਸਾਜੇ ਸੋਈ ਜਾਣੈ, ਆਪੇ ਮਿਲੈ ਸ਼ਬਦ ਪਛਾਣੈ। ਨਾਨਕ ਨਾਮ ਮਿਲਿਆ ਤਿਨ ਜਨ ਕਉ, ਜਿਨ ਧੁਰ ਮਸਤਕ ਲੇਖ ਲਿਖਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ